कि लड़ाई मुड़ तो तुहाडी शुरू हो सकती मुड़ तो शुरू नहीं हो सकती, नहीं होएगी। यानी कि हुण नवीं जिहड़ी पंजाब सरकार आ ओहनूं वक्त पैण वाला है। ये पेगा जी, सुभाविक गल है। ਬੱਚਿਆਂ ਨੂੰ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਵੀ ਗਲਤ ਪਰੋਸਿਆ ਜਾ ਰਿਹਾ ਹੈ। ਜੇ ਅੱਜ ਨਾ ਮੰਨੇਗੀ ਸਰਕਾਰ ਦਬਾ ਤੇ ਅਗਲੀ ਵਾਰ ਨੂੰ ਇਦੋਂ ਵੱਡਾ ਇਕੱਠ ਹੋਏਗਾ। ਮੋਰਚਾ ਜਿਹੜਾ ਜਿੱਤਿਆ ਹੋਇਆ ਅਣਜਿੱਤਿਆ ਵਰਗਾ ਕਰਤਾ ਬਾਅਦ ਦੇ ਮਾਹੌਲ ਨੇ। ਥੋੜੀ ਜਲਦਬਾਜ਼ੀ ਹੋਈ ਹੈ ਜੀ, ਤਾਂ ਸਾਨੂੰ ਖੁਸ਼ੀ ਕਾਦੀ ਰਹੇਗੀ ਜੀ। ਔਰ ਉਸ ਇਲੈਕਸ਼ਨ ਲੜਨ ਦੀ ਜਿਹੜੀ ਕਾਲ ਸੀ, ਉਸ ਕਾਲ ਨੇ ਸਾਡੇ ਇਸ ਮੋਰਚੇ ਨੂੰ ਉੱਥੋਂ ਉਖੇੜਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਜੀ। ਔਰ ਤੁਸੀਂ ਵੀ ਉਹਦੇ ਵਿੱਚ ਆ ਗਏ। ਹਾਂ, ਕੀ ਲੱਗਦਾ ਤੁਹਾਨੂੰ ਆ ਨਤੀਜਾ ਹਲੇ ਆਉਣਾ ਵੀ ਕਾਮਯਾਬ ਹੋਣਗੇ? ਦੇਖੋ ਅਸੀਂ ਤਾਂ ਚਾਹਾਂਗੇ ਕਿ ਮਤਲਬ ਸਾਰੇ ਜਿੱਤਣਗੇ। ਤੁਸੀਂ ਕਿਉਂ ਪਾਸੇ ਰਹੇ? ਦੇਖੋ ਸਾਡਾ ਪਾਸੇ ਰਹਿਣ ਦਾ ਇੱਕ ਵੱਡਾ ਕਾਰਨ ਇਹ ਹੈ, ਜੇ ਪੂਰਾ ਸਾਰਾ ਮੋਰਚਾ ਇਕਜੁੱਟ ਹੋ ਕੇ ਇੱਕ ਵੱਡੀ ਸਿਆਸੀ ਪਾਰਟੀ ਬਣਾਉਂਦਾ ਫੇਰ ਸ਼ਾਮਿਲ ਹੁੰਦੇ। ਦੇਖੋ ਨਹੀਂ, ਉਹਦੇ 'ਚ ਇਹ ਵੀ ਨਹੀਂ ਗੱਲ ਹੈ। ਇਹ ਸਾਡੇ ਮੋਰਚੇ ਲਈ ਕਿਤੇ ਨਾ ਕਿਤੇ ਸੱਟ ਲੱਗੀ ਹੈ ਮੋਰਚੇ ਨੂੰ। ਪੰਜਾਬ ਦੇ ਵਿੱਚ ਬੀਜੇਪੀ ਅੱਜ ਹਿੱਕ ਠੋਕ ਕੇ ਕਹਿ ਰਹੀ ਹੈ, ਜਿਨ੍ਹਾਂ ਨੂੰ ਪਿੰਡਾਂ 'ਚ ਵੜਨ ਨਹੀਂ ਸੀ ਦਿੰਦੇ, ਕਿ ਸਰਕਾਰ ਤਾਂ ਸਾਡੀ ਹੀ ਬਣੂਗੀ। ਵੋਟਾਂ ਮੰਗਣ ਦਾ ਬਾਹਰ ਨਿਕਲਣ ਨਹੀਂ ਦਿੱਤਾ, ਸਰਕਾਰ ਕੀ ਬਣੂਗੀ? ਬੀਜੇਪੀ ਦੀ ਬੇੜੀ ਤਾਂ ਡੁੱਬਣੀ ਹੈ, ਉਹ ਵੀ ਨਾਲ ਡੁੱਬੂਗਾ। ਬਦਲਾਅ ਲੋਕ ਚਾਹੁੰਦੇ ਸੀ, ਖਬਰਾਂ ਐਸਐਸਐਮ ਨੂੰ ਮਤਲਬ ਲੋਕਾਂ ਨੇ ਸਿਲੈਕਟ ਕਰ ਲਿਆ ਹੋਵੇ। ਪਰ ਇਹ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ? ਨਹੀਂ ਮਜ਼ਾਕ ਨਹੀਂ। ਮਤਲਬ ਰਾਜੇਵਾਲ ਸਾਹਿਬ ਸੀਐਮ ਬਣ ਸਕਦੇ ਨੇ? ਹਾਂ, ਬਣਨ ਨੂੰ ਕੀ ਆ ਜੀ। ਹਥਿਆਰਾਂ ਨਾਲ ਲੜਾਈ ਹੋ ਸਕਦੀ ਹੈ ਇੱਥੇ? ਸਾਨੂੰ ਲੜਾਈ ਤਾਂ ਲੜਨੀ ਪੈਗੀ ਦਿਮਾਗ ਨਾਲ, ਕਿ ਡੁੱਬਣਾ ਪੰਜਾਬ ਨੇ ਹੈ ਤੇ ਬਿਜਲੀ ਦਿੱਲੀ ਨੂੰ ਕਾਹਤੋਂ। ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਮੁੱਦਾ ਦੇ ਵਿੱਚ। ਪੰਜਾਬ ਦੀ ਗੱਲ ਕਰ ਲਈਏ ਤਾਂ ਸੈਂਟਰ ਸਰਕਾਰ ਦਾ ਪੰਜਾਬ ਦੇ ਨਾਲ ਜਿਹੜਾ ਧੱਕਾ ਹੈ ਉਹ ਖਤਮ ਹੋਣ ਦਾ ਕਦੇ ਨਾਮ ਨਹੀਂ ਲੈਂਦਾ। ਚਾਹੇ ਗੱਲ ਪੰਜਾਬ ਦੇ ਪਾਣੀਆਂ ਦੀ ਹੋਵੇ, ਜਾਂ ਫਿਰ ਪੰਜਾਬੀ ਬੋਲਦੇ ਇਲਾਕਿਆਂ ਦੀ ਹੋਵੇ, ਜਾਂ ਫਿਰ ਕੋਈ ਵੀ ਪੰਜਾਬ ਦਾ ਮੁੱਦਾ ਹੋਵੇ, ਸੈਂਟਰ ਸਰਕਾਰ ਦਾ ਕੋਈ ਨਾ ਕੋਈ ਫਰਮਾਨ ਹੈ ਜਿਹੜਾ ਉਹ ਸਾਹਮਣੇ ਹੀ ਰਹਿੰਦਾ ਹੈ। ਕਿਸਾਨੀ ਦੇ ਉੱਤੇ ਕੋਈ ਹਮਲਾ ਕਰਨਾ ਹੋਵੇ ਤਾਂ ਵੀ ਸੈਂਟਰ ਸਰਕਾਰ ਤਿਆਰ ਰਹਿੰਦੀ ਹੈ। ਤਾਜ਼ਾ ਜਿਹੜਾ ਹਮਲਾ ਕੀਤਾ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੀ ਪੱਕੀ ਜਿਹੜੀ ਪ੍ਰਤੀਨਿਧਤਾ ਸੀ ਉਹ ਖਤਮ ਕਰ ਦਿੱਤੀ ਹੈ। ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ। ਹਾਲਾਂਕਿ ਚੋਣਾਂ ਦੇ ਨਤੀਜੇ ਆਉਣੇ ਨੇ, ਸਰਕਾਰ ਤਾਂ ਸੌਂ ਗਈ ਹੈ। ਲਗਭਗ ਵੋਟਾਂ ਤੋਂ ਬਾਅਦ ਉਮੀਦਵਾਰ ਨੇ ਜਿਹੜੇ ਉਹ ਆਰਾਮ ਕਰ ਰਹੇ ਨੇ, ਪਰ ਪੰਜਾਬ ਦੇ ਲੋਕ ਜਾਗ ਰਹੇ ਨੇ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਪਹੁੰਚੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ। ਡੱਲੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸੋ ਡੱਲੇਵਾਲ ਸਾਹਿਬ, ਪਹਿਲਾਂ ਤਾਂ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਮੋਹਾਲੀ ਪਹੁੰਚੇ ਹੋਏ ਸੀਗੇ, ਕਿਤਾਬਾਂ ਨੇ ਜਿਹੜੀਆਂ ਬੱਚਿਆਂ ਨੂੰ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਵੀ ਗਲਤ ਪਰੋਸਿਆ ਜਾ ਰਿਹਾ ਹੈ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਕਿੰਨੇ ਟਾਈਮ ਤੋਂ ਅਜਿਹਾ ਹੋ ਰਿਹਾ ਹੈ, ਫਿਰ ਵੀ ਸਾਡੀ ਸਰਕਾਰ ਸੁੱਤੀ ਪਈ ਹੈ। ਅੱਜ ਜਿਹੜੀ ਰੈਲੀ ਹੋਈ ਹੈ ਮੋਹਾਲੀ ਦੇ ਵਿੱਚ, ਜਿਹੜੀ ਰੈਲੀ ਹੋਈ ਹੈ, ਉਹਦੇ ਨਾਲ ਦਬਾਅ ਬਣੂਗਾ ਸਰਕਾਰ ਤੇ? ਕੀ ਲੱਗਦਾ ਤੁਹਾਨੂੰ? ਦੇਖੋ, ਜਦੋਂ ਲੋਕ ਸੜਕਾਂ ਤੇ ਆ ਜਾਣ ਤਾਂ ਸਰਕਾਰ ਅੱਜ ਦਬਾਅ ਬਣਦਾ ਹੈ, ਨਹੀਂ ਬਣਦਾ। ਜੇ ਅੱਜ ਨਾ ਮੰਨੇਗੀ ਸਰਕਾਰ ਦਬਾਅ ਤੇ ਅਗਲੀ ਵਾਰ ਨੂੰ ਇਦੋਂ ਵੱਡਾ ਇਕੱਠ ਹੋਏਗਾ। ਹਾਲਾਂਕਿ ਸਰਕਾਰ ਨੇ ਕਹਿਤਾ ਵੀ 5 ਤੱਕ ਰਿਪੋਰਟ ਮੰਗ ਲਈ। ਸਰਕਾਰ ਨੇ ਕਹਿਤਾ ਕਿ ਅਸੀਂ 5 ਤਰੀਕ ਤੱਕ ਕੁਛ ਨਾ ਕੁਛ ਇਹਦਾ ਫੈਸਲਾ ਕਰਾਂਗੇ ਜੀ। ਲੇਕਿਨ ਫਿਰ ਵੀ ਜੇਕਰ ਸਰਕਾਰ ਹਜੇ ਵੀ ਦਬਾਅ ਨਹੀਂ ਮੰਨਦੀ ਤਾਂ ਸਰਕਾਰ ਨੂੰ ਇਹ ਦਬਾਅ, ਹੁਣ ਲੋਕਾਂ ਨੂੰ ਵੱਲ ਆ ਗਿਆ ਕਿ ਦਬਾਅ ਕਿਵੇਂ ਬਣਾਉਣਾ ਸਰਕਾਰ ਨੂੰ, ਕਿਵੇਂ ਬਣਾਉਣਾ। ਜਦੋਂ ਲਗਾਤਾਰ ਲੋਕਾਂ ਨੇ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਔਰ ਉਹ ਤਾਨਾਸ਼ਾਹ ਨੂੰ ਮਨਾ ਲਿਆ, ਇਹ ਕੀ ਚੀਜ਼ ਨੇ ਜੀ? ਇਹ ਤੇ ਇੱਕ ਦਬਕੇ ਨਾਲ ਮੰਨਣ ਵਾਲੇ ਲੋਕ ਨੇ, ਇਹਨਾਂ ਨੂੰ ਤਾਂ ਮੰਨਣਾ ਪੈਣਾ ਹੈ ਜੀ। ਔਰ ਇਹ ਇੱਕ ਬਹੁਤ ਵੱਡਾ ਕੁਤਾਹੀ ਹੈ ਜਿਹੜੀ ਇਹਨਾਂ ਨੇ ਕੀਤੀ ਹੈ। ਔਰ ਇਹਦੇ ਵਿੱਚ ਅਸਲ ਲੜਾਈ ਇੱਥੇ ਖੜੀ ਹੈ ਕਿ ਅਸੀਂ ਕੀ ਚਾਹੁੰਦੇ ਹਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਘੱਟੋ ਘੱਟ ਸਜ਼ਾ ਜ਼ਰੂਰ ਹੋਵੇ ਜੀ। ਜੀ, ਜੇ ਉਹਨਾਂ ਨੂੰ ਸਜ਼ਾ ਹੁੰਦੀ ਹੈ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਲੋਕ ਨੇ, ਜਿਹੜੇ ਹਿਸਟਰੀ ਲਿਖਣਗੇ ਜਾਂ ਬੁੱਕਸ ਜਿਨ੍ਹਾਂ ਨੇ ਛਾਪਣੀਆਂ ਨੇ, ਜਿਹੜੇ ਪਬਲਿਸ਼ਰ ਨੇ, ਉਹ ਘੱਟੋ ਘੱਟ ਇਹ ਸੋਚਣਗੇ ਜ਼ਰੂਰ ਕਿ ਅਸੀਂ ਕਿਸੇ ਤਰ੍ਹਾਂ ਦੀ ਕਿਸੇ ਕੌਮ ਪ੍ਰਤੀ, ਕਿਸੇ ਇੱਕ ਫਿਰਕੇ ਪ੍ਰਤੀ ਕੋਈ ਗਲਤ ਗੱਲ ਨਾ ਛਾਪ ਬੈਠੀਏ।
ਉਹਦਾ ਮੁੜ ਕੇ ਖਿਮਾਜਾ ਭੁਗਤਣਾ ਤੇ ਇਹ ਜਿਹੜਾ ਮੋਰਚਾ ਹੈਗਾ ਮੋਹਾਲੀ ਵਾਲਾ, ਇਹ ਹੁਣ ਕੀਤਾ ਤਾਂ ਇੱਕ ਛੋਟੀ ਜਿਹੀ ਧਿਰ ਨੇ ਸ਼ੁਰੂ ਕੀਤਾ ਸੀ, ਹਾਲਾਂਕਿ ਉਹਦੇ ਚ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੈਗੀ ਹੈ, ਤੇ ਹੁਣ ਇਹ ਵੀ ਦਿੱਲੀ ਵਾਂਗੂ ਹੀ ਚੱਲੂਗਾ ਕਿਉਂਕਿ ਇਕੱਠ ਬੜਾ ਹੋਇਆ ਹੈ ਮੋਹਾਲੀ ਦੇ ਵਿੱਚ ਸੋਮਵਾਰ ਨੂੰ। ਗੱਲ ਕੀ ਹੈ, ਬਲਦੇਵ ਸਿੰਘ ਸਿਰਸਾ ਜੀ ਹੋਰੀ ਬਹੁਤ ਲੰਬੇ ਸਮੇਂ ਤੋਂ ਇਸ ਇਸ਼ੂ ਦੇ ਉੱਤੇ ਲੜ ਰਹੇ ਸੀ ਜੀ ਜੀ, ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ। ਇੱਥੋਂ ਤੱਕ ਹੋ ਗਿਆ ਕਿ ਇੱਕ ਕਮੇਟੀ ਨੇ ਇੱਕ ਕਿਤਾਬ ਦੇ ਉੱਤੇ ਇਨਵੈਸਟੀਗੇਸ਼ਨ ਕਰਾ ਲਈ ਜੀ, ਉਹਦੀ ਪੜਤਾਲੀਆ ਕਮੇਟੀ ਨੇ ਰਿਪੋਰਟ ਦੇ ਦਿੱਤੀ ਕਿ ਆਹ 20 ਬੰਦੇ ਜਿਹੜੇ ਦੋਸ਼ੀ ਨੇ। ਹਾਂਜੀ, ਲੇਕਿਨ ਉਹਨਾਂ ਦੇ ਖਿਲਾਫ ਅਜੇ ਤੱਕ ਕਾਰਵਾਈ ਕੋਈ ਨਹੀਂ ਹੋਈ। ਬਿਲਕੁਲ ਨਹੀਂ ਹੋਈ। ਹੁਣ ਜਦੋਂ ਨਹੀਂ ਹੁੰਦੀ ਕਾਰਵਾਈ ਤਾਂ ਉਸ ਵੇਲੇ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਹੋਰਿਆਂ ਨੇ ਮੇਰੇ ਕੋਲੇ ਪਿੰਡ ਗਏ ਤਾਂ ਉਹਨਾਂ ਨੇ ਗੱਲ ਇਹ ਰੱਖੀ ਕਿ ਵੀ ਇਸ ਤਰ੍ਹਾਂ ਗੱਲ ਹੈ, ਇਤਿਹਾਸ ਦੇ ਵਿੱਚ ਆਹ ਕੁਝ ਹੋਇਆ ਪਿਆ ਹੈ ਜੀ ਜੀ, ਔਰ ਉਹ ਦੋਸ਼ੀ ਵੀ ਪਾਏ ਗਏ ਤੇ ਕਾਰਵਾਈ ਨਹੀਂ ਹੁੰਦੀ। ਠੀਕ ਹੈ। ਤਾਂ ਫਿਰ ਸਾਡੀ ਇਹ ਸੀ ਗੱਲ, ਦੋਹਾਂ ਦੀ ਬੈਠ ਕੇ ਮੇਰੇ ਕੋਲ ਨਾਈਟ ਸਟੇ ਕੀਤੀ ਸੀ ਇਹਨਾਂ ਨੇ। ਤੋ ਸਾਰੀ ਰਾਤ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਲਾਸਟ ਸਾਡਾ ਫੈਸਲਾ ਇਹ ਸੀ ਕਿ ਫਿਰ ਜਿਹੜੇ ਤਰੀਕੇ ਨਾਲ ਆਪਣੇ ਕੋਲੇ ਰਸਤਾ ਹੈਗਾ ਬਣਾਉਣ ਦਾ, ਫਿਰ ਉਹ ਰਸਤਾ ਅਖਤਿਆਰ ਕਰੋ। ਯਾਨੀ ਕਿ ਤੁਹਾਡੀ ਮਤਲਬ ਸਾਂਝੀ ਪਲੈਨਿੰਗ ਹੈਗੀ ਹੈ ਇਹ ਵਿਚਾਰ ਮੂਰੇ ਮੋਰਚਾ ਲਾ ਲਾਉਣ ਵਾਸਤੇ। ਤਾਂ ਉਹਦੇ ਚੋਂ ਫਿਰ ਇਹ ਗੱਲ ਮਤਲਬ ਸਿਰਸਾ ਸਾਹਿਬ ਇੱਥੇ ਆਏ। ਵੈਸੇ ਸਾਡਾ ਇਹ ਸੀਗਾ ਪ੍ਰੋਗਰਾਮ ਵੀ ਇੱਕ ਵਾਰੀ ਚੇਤਾਵਨੀ ਦੇ ਦਿਓ ਜੀ, ਫਿਰ ਇਲੈਕਸ਼ਨ ਹੋ ਜਾਏਗੀ, ਇਲੈਕਸ਼ਨ ਤੋਂ ਬਾਅਦ ਫਿਰ ਆਪਾਂ ਮਤਲਬ ਜੱਜ ਕੇ ਮੋਰਚਾ ਲਾਉਣ ਵਾਲੀ ਗੱਲ ਕਰਾਂਗੇ। ਠੀਕ ਹੈ। ਤੋ ਚਲੋ ਉੱਥੇ ਐ ਲੱਗਿਆ ਵੀ ਇਹਨੂੰ ਹੁਣ ਮਤਲਬ ਚੇਤਾਵਨੀ ਦੇ ਕੇ ਨਹੀਂ ਠਾਉਣਾ ਠੀਕ ਨਹੀਂ ਲੱਗਾ ਸਿਰਸਾ ਸਾਹਿਬ ਨੂੰ, ਤੋ ਫਿਰ ਕੋਈ ਗੱਲ ਨਹੀਂ। ਤੇ ਜਿਹੜਾ ਹੁਣ ਸਰਕਾਰ ਨੇ ਕਿਹਾ ਕਿ 5 ਮਾਰਚ ਨੂੰ ਰਿਪੋਰਟ ਦਿਓ, ਹਾਲਾਂਕਿ ਕਿਤਾਬਾਂ ਦੇ ਵਿੱਚ ਹਰ ਕੋਈ ਪੜ੍ਹ ਸਕਦਾ ਹੈ ਵੀ ਲਿਖਿਆ ਗਲਤ ਹੈ, ਫਿਰ ਵੀ ਜਾਂਚ ਰਿਪੋਰਟ ਮੰਗੀ ਗਈ ਹੈ। ਇਹ ਜਿਹੜਾ ਰਿਪੋਰਟਾਂ ਮੰਗਣ ਵਾਲਾ ਮਸਲਾ ਤੁਹਾਨੂੰ ਨਹੀਂ ਲੱਗਦਾ ਕਿ ਟਾਈਮ ਟਪਾਉਣ ਵਾਲਾ ਹੁੰਦਾ ਸਰਕਾਰਾਂ ਦਾ ਕੰਮ? ਇਹ ਕੁਦਰਤੀ ਗੱਲ ਹੈ, ਕਮੇਟੀਆਂ ਬਣਾ ਦੇਣੀਆਂ, ਰਿਪੋਰਟਾਂ ਮੰਗ ਲੈਣੀਆਂ, ਇਹ ਆਪਣੇ ਆਪ ਦੇ ਵਿੱਚ ਮੋਰਚੇ ਨੂੰ ਡਿਰੇਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜੀ, ਅਸਲ ਮੁੱਦੇ ਨੂੰ ਡਿਰੇਲ ਕਰਨ ਦੀ। ਠੀਕ ਹੈ। ਹੁਣ ਡਿਰੇਲ ਕਿੰਨਾ ਚਿਰ ਕਰਨਗੇ, ਅਖੀਰ ਤੇ ਇਹ ਆਪਦੀ ਲਾਈਨ ਤੇ ਆਏਗਾ। ਲੋਕ ਅੱਜ ਜਾਗ ਪਏ ਨੇ। ਮੈਂ ਗੱਲ ਕਰਨ ਲੱਗਾ ਸੀਗਾ, ਵਿਚਰੇਗੀ ਆਪਣੀ, ਕਿ ਜਿਹੜਾ ਦਿੱਲੀ 'ਚ ਮੋਰਚਾ ਇੰਨਾ ਲੰਮਾ ਚੱਲਿਆ ਨਾ, ਲੋਕਾਂ ਨੇ ਉਸ ਮੋਰਚੇ ਦੇ ਵਿੱਚ ਲੋਕਾਂ ਦੇ ਵਿੱਚ ਅਵੇਅਰਨੈਸ ਹੀ ਮੋਰਚੇ ਨੇ ਇੰਨੀ ਭਰਤੀ ਜੀ ਕਿ ਅੱਜ ਇੱਕ ਹੋਕੇ ਦੇ ਉੱਤੇ ਤੁਸੀਂ ਦੇਖ ਲਿਆ ਕਿੰਨਾ ਵੱਡਾ ਇਕੱਠ ਹੋਇਆ। ਬਿਲਕੁਲ। ਔਰ ਹਜੇ ਮੈਨੂੰ ਲੱਗਦਾ ਵੀ ਜੇ ਦੁਬਾਰਾ ਇਕੱਠ ਕਰਾਂਗੇ, ਜਦੋਂ ਅਸੀਂ ਜ਼ੋਰ ਲਾ ਕੇ ਇਕੱਠ ਕਰਾਂਗੇ ਜੀ ਜੀ, ਤਾਂ ਇੱਥੇ ਤੁਸੀਂ ਦੇਖੋਗੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ। ਬਿਲਕੁਲ। ਤੁਸੀਂ ਦਿੱਲੀ ਮੋਰਚੇ ਦੀ ਗੱਲ ਕੀਤੀ ਹੈ ਡੱਲੇਵਾਲ ਸਾਹਿਬ, ਕਿ ਦਿੱਲੀ ਮੋਰਚੇ ਦੇ ਵਿੱਚ ਵੱਡੀ ਜਿੱਤ ਹੋਈ ਹੈ, 3 ਖੇਤੀ ਕਾਨੂੰਨ ਸਰਕਾਰ ਵਾਪਸ ਲੈਣ ਤੇ ਮਜਬੂਰ ਹੋਈ, ਪਰ ਫਿਰ ਵੀ ਲੋਕ ਅੱਜ ਕਿਤੇ ਨਾ ਕਿਤੇ ਮਹਿਸੂਸ ਕਰਦੇ ਨੇ ਕਿ ਹਾਲੇ ਵੀ ਮੋਰਚਾ ਜਿਹੜਾ ਜਿੱਤਿਆ ਹੋਇਆ ਅਣਜਿੱਤਿਆ ਵਰਗਾ ਕਰਤਾ। ਬਾਅਦ ਦੇ ਮਾਹੌਲ ਨੇ ਜਿਹੜੀਆਂ ਕੁਝ ਮੰਗਾਂ ਤੇ ਤੁਸੀਂ ਅੜੇ ਹੋਏ ਸੀ ਉਹ ਵੀ ਫਿਰ ਲਏ ਬਿਨਾ ਉੱਠ ਗਏ। ਤੁਹਾਨੂੰ ਵੀ ਲੱਗਦਾ ਵੀ ਜਲਦੀ ਉੱਠ ਖੜੇ? ਦੇਖੋ, ਇਹ ਗੱਲ ਲੋਕਾਂ ਦੀ ਵੀ ਠੀਕ ਹੈ ਤੇ ਤੁਹਾਡੀ ਵੀ ਠੀਕ ਹੈ ਕਿ ਥੋੜੀ ਜਲਦਬਾਜ਼ੀ ਹੋਈ ਹੈ ਜੀ। ਉਸ ਵੇਲੇ ਸਾਨੂੰ ਐ ਲੱਗਦਾ ਸੀ, ਅਸੀਂ ਬਾਰ-ਬਾਰ ਮਤਲਬ ਆਪਦੇ ਸਾਰੇ ਸਾਥੀਆਂ ਨੂੰ ਇਸ ਗੱਲ ਦੇ ਉੱਤੇ ਰੌਲਾ ਵੀ ਪਾਉਂਦੇ ਰਹੇ ਤੇ ਸਗੋਂ ਸਾਥੀ ਸਾਨੂੰ ਇਹ ਕਹਿੰਦੇ ਰਹੇ ਕਿ ਜੀ ਐਡੀ ਵੱਡੀ ਜਿੱਤ ਨੂੰ ਤੁਸੀਂ ਫਿੱਕਾ ਪਾ ਰਹੇ ਹੋ ਤੇ ਤੁਸੀਂ ਚਲੋ ਚੱਲੀਏ, ਆਪਾਂ ਜਿੱਤ ਬਹੁਤ ਵੱਡੀ ਹੋ ਗਈ ਹੈ, ਜਦੋਂ ਲੰਬੇ ਚੱਲਾਂਗੇ ਹੋਰ ਲੰਬੀ ਟਾਈਮ ਵੇਸਟ ਕਰਾਂਗੇ ਆਪਾਂ, ਇਹ ਜਿੱਤ ਦਾ ਲੋਕਾਂ ਦੇ ਵਿੱਚ ਰੰਗ ਨਹੀਂ ਰਹਿਣਾ, ਜਸ਼ਨ ਮਨਾਏ ਜਾਣ। ਹਾਂ, ਤੋਂ ਸਾਨੂੰ ਇਹ ਲੱਗਦਾ ਸੀਗਾ ਵੀ ਨਹੀਂ, ਦੇਖੋ ਅਸੀਂ 3 ਕਾਨੂੰਨ ਰੱਦ ਕਰਾਏ ਨੇ, ਸਾਡੀ ਜ਼ਮੀਨ ਤੇ ਕੋਈ ਕਬਜ਼ਾ ਕਰਨਾ ਹੈ ਉਹਨੂੰ ਅਸੀਂ ਰੋਕ ਲਿਆ, ਕਬਜ਼ਾ ਨਹੀਂ ਕਰਨ ਦਿੱਤਾ, ਔਰ ਉਹਦੇ ਵਿੱਚ ਸਾਡੇ ਪਰਿਵਾਰ ਦਾ ਇੱਕ ਮੈਂਬਰ ਸਾਥੋਂ ਵਿਛੜ ਗਿਆ ਉਸ ਲੜਾਈ 'ਚ ਜੀ, ਤਾਂ ਸਾਨੂੰ ਖੁਸ਼ੀ ਕਾਹਦੀ ਰਹਿ ਗਈ ਜੀ? ਸਾਨੂੰ ਤਾਂ ਇਹ ਕਬਜ਼ਾ, ਸਾਡੀ ਜ਼ਮੀਨ ਸੀ, ਅਸੀਂ ਉਹਦਾ ਕਬਜ਼ਾ ਰੱਖ ਲਿਆ, ਲੇਕਿਨ ਸਾਡਾ ਇੱਕ ਮੈਂਬਰ ਗਿਆ ਹੈ ਤਾਂ ਖੁਸ਼ੀ ਨਹੀਂ ਗਈ ਸਾਨੂੰ। ਅਸੀਂ ਆਪਦੀ ਜ਼ਮੀਨ ਦਾ ਕਬਜ਼ਾ ਰੱਖਣ ਦੇ ਵਿੱਚ ਕਾਮਯਾਬ ਹੋਏ ਆ ਜੀ। ਜਿਹੜਾ ਕੁਝ ਲੈਣਾ ਸੀ ਉਹ ਲੈਣਾ ਸੀ MSP, ਉਹ ਸਾਡੀ ਹਜੇ ਉੱਥੇ ਖੜੀ ਹੈ। ਸਾਡੇ ਤੇ ਪਰਚੇ ਦਰਜ ਹੋਏ ਸੀ, ਉਹ ਸਾਡੇ ਹਜੇ ਉੱਥੇ ਖੜੇ ਸੀਗੇ। ਤਾਂ ਸਾਡੀ ਇੱਕ ਦਿਲੀ ਭਾਵਨਾ ਸੀਗੀ ਇਹ ਕਿ ਜਿੰਨਾ ਚਿਰ ਸਾਰਾ ਕੁਝ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਨਹੀਂ ਉੱਠਣਾ ਚਾਹੀਦਾ। ਫਿਰ ਕੋਈ ਪ੍ਰੈਸ਼ਰ ਦੇ ਵਿੱਚ ਉੱਠ ਖੜੇ ਸੀ? ਪ੍ਰੈਸ਼ਰ, ਦੇਖੋ ਗੱਲ ਕੀ ਹੈ ਕਿ ਜਦੋਂ ਸਾਡੇ ਇਹ ਕੁਝ ਵੀਰਾਂ ਨੇ ਜਿਨ੍ਹਾਂ ਨੇ, ਹੁਣ ਸਾਨੂੰ ਬਾਅਦ ਦੇ ਵਿੱਚ ਤਾਂ ਕੋਈ ਇਹ ਗੱਲ ਕਰਨ 'ਚ ਵੀ ਗੁਰੇਜ਼ ਨਹੀਂ ਆ, ਉਦੋਂ ਤਾਂ ਸਾਨੂੰ ਪਤਾ ਨਹੀਂ ਸੀ ਨਾ ਵੀ ਕਿਉਂ ਹੋ ਰਿਹਾ ਇਹ ਗੱਲ। ਤੋ ਅੱਜ ਤੇ ਸਾਰਾ ਸ਼ੀਸ਼ਾ ਸਾਹਮਣੇ ਆ ਗਿਆ ਕਿ ਸਾਡੇ ਕੁਝ ਵੀਰਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਸੀਗਾ ਕਿ ਅਸੀਂ ਜਾ ਕੇ ਮਤਲਬ ਇਲੈਕਸ਼ਨ ਲੜਨੀ ਹੈ, ਔਰ ਉਸ ਇਲੈਕਸ਼ਨ ਲੜਨ ਦੀ ਜਿਹੜੀ ਕਾਹਲ ਸੀ, ਉਸ ਕਾਹਲ ਨੇ ਸਾਡੇ ਇਸ ਮੋਰਚੇ ਨੂੰ ਉੱਥੋਂ ਉਖੇੜਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਜੀ, ਔਰ ਤੁਸੀਂ ਵੀ ਉਹਦੇ ਵਿੱਚ ਆ ਗਏ। ਹਾਂ, ਸਾਡਾ ਕੀ ਹੋਇਆ ਉਹਦੇ 'ਚ ਕਿ ਅਸੀਂ ਬਹੁਤ ਸਟੈਂਡ ਕਰੀ ਰੱਖਿਆ। 8-9 ਦਿਨ ਅਸੀਂ ਇਸ ਚੀਜ਼ ਦੇ ਉੱਤੇ ਸਟੈਂਡ ਲੈ ਕੇ ਹੀ ਮੋਰਚੇ ਨੂੰ, ਜਿਵੇਂ ਮੰਨ ਲਓ ਤੁਸੀਂ 29 ਤਰੀਕ ਨੂੰ
ਸੈਸ਼ਨ ਸ਼ੁਰੂ ਹੁੰਦਾ ਹੈ ਜੀ ਜੀ ਉਹਦੇ 'ਚ ਸਾਡੇ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਆ। ਬਿਲਕੁਲ 29 ਤੋਂ ਬਾਅਦ ਇਹ ਫੈਸਲਾ ਹੁੰਦਾ ਜਾ ਕੇ 9 ਤਰੀਕ ਨੂੰ 11 ਤਰੀਕ ਨੂੰ ਮੋਰਚਾ ਉੱਠਦਾ ਉੱਥੋਂ। ਬਿਲਕੁਲ ਇੰਨੇ ਦਿਨ ਬੜੀ ਜੱਦੋ ਜਹਿਦ ਦੇ ਨਾਲ ਮੋਰਚੇ ਨੂੰ ਹੋਰ ਚਲਾਇਆ। ਜੀ ਜੀ ਔਰ ਜਿਹੜੀਆਂ ਦੂਸਰੀਆਂ ਸਟੇਟਾਂ ਸੀ ਨਾ, ਹਾਂਜੀ, ਉਹ ਦੂਸਰੀਆਂ ਸਟੇਟਾਂ ਵੀ ਕਿਤੇ ਨਾ ਕਿਤੇ ਮਤਲਬ ਉਹਨਾਂ ਦਾ ਮਨੋਬਲ ਵੀ ਡਿੱਗ ਗਿਆ। ਅੱਛਾ, ਉਹ ਵੀ ਚਾਹੁੰਦੇ ਸੀ ਉਹਨਾਂ ਨੂੰ ਇਹ ਲੱਗਿਆ ਕਿ ਜਦੋਂ ਪੰਜਾਬ ਵਾਲੇ ਇਹ ਸਾਥੀ ਜਿਹੜੇ ਉੱਠਣਾ ਚਾਹੁੰਦੇ ਆ ਜੀ, ਤੇ ਜੇ ਕੋਈ ਵਿੱਚੋਂ ਇੱਕ ਦੋ ਮਤਲਬ ਇਹ ਸਾਡੇ ਵਰਗੇ ਨਹੀਂ ਵੀ ਉੱਠਣਾ ਚਾਹਣ ਵਾਲੇ ਸੀਗੇ ਤਾਂ ਉਹਨਾਂ ਨੂੰ ਐਂ ਲੱਗਿਆ ਵੀ ਇਹ ਇੱਕ ਹਿੱਸਾ ਵੱਡਾ ਹਿੱਸਾ ਜਦੋਂ ਉੱਠ ਕੇ ਚਲਿਆ ਗਿਆ ਸਾਡੇ ਚੋਂ ਤਾਂ ਕਿਤੇ ਇਹ ਨਾ ਹੋਵੇ ਵੀ ਸਾਡੀ ਫੁੱਟ ਸਰਕਾਰ ਨੂੰ ਨਜ਼ਰ ਆਵੇ ਤੇ ਇਹਨੂੰ ਠਾਉਣ ਵਾਸਤੇ ਸਾਨੂੰ ਏਕਤਾ ਨਾਲ ਠਾਉਣਾ ਚਾਹੀਦਾ ਹੈ। ਯਾਨੀ ਕਿ ਪੰਜਾਬ ਦੇ ਜਿਹੜੇ ਲੀਡਰ ਸੀ ਉੱਠਣਾ ਚਾਹੁੰਦੇ ਸੀ ਉਹਨਾਂ ਨੂੰ ਤਾਂ ਵੋਟਾਂ ਦਿਸਦੀਆਂ ਸੀ ਤੇ ਬਾਕੀ ਜਿਹੜੇ ਸੂਬਿਆਂ ਦੇ ਨੇ ਉਹ ਉਹਨਾਂ ਦੇ ਨਾਲ ਲੱਗ ਕੇ ਤੁਰੇ। ਉਹਨਾਂ ਨੂੰ ਏਕਤਾ ਰੱਖਣ ਦੀ ਲੋੜ ਲੱਗੀ ਜੀ ਜੀ ਕਿ ਇਹਨੂੰ ਏਕਤਾ ਰੱਖਣੀ ਹੈ, ਇਹਨੂੰ ਮਤਲਬ ਏਕਤਾ ਟੁੱਟਣ ਨਹੀਂ ਦੇਣੀ। ਤਾਂ ਇਸ ਕਰਕੇ ਉਹਨਾਂ ਨੇ ਮਤਲਬ ਉਹ ਮੇਰਾ ਫੈਸਲਾ ਉਹਨਾਂ ਤੇ ਛੱਡਿਆ ਵਾ ਸੀ। ਠੀਕ ਹੈ ਕਿ ਮੈਂ ਉਹਨਾਂ ਚਿਰ ਨਹੀਂ ਉੱਠਾਂਗਾ ਜਿੰਨਾ ਚਿਰ ਅਦਰ ਸਟੇਟਾਂ ਫੈਸਲਾ ਲੈ ਕੇ ਕੁਛ ਨਹੀਂ ਫੈਸਲਾ ਲੈਂਦੀਆਂ ਉਹਨਾਂ ਚਿਰ ਮੈਂ ਨਹੀਂ ਉੱਠਾਂਗਾ। ਯਾਨੀ ਕਿ ਤੁਹਾਨੂੰ ਯਕੀਨ ਸੀ ਵੀ ਉਹ ਫੈਸਲਾ ਲੈਣਗੀਆਂ ਵੀ ਬੈਠਾਂਗੇ। ਹਾਂ, ਮੈਨੂੰ ਇਹ ਸੀਗਾ ਗੱਲ ਵੀ ਉਹ ਬੈਠਣਗੀਆਂ ਜੀ, ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਡਰ ਪਿਆ ਗਿਆ ਜਾਂ ਉਹਨਾਂ ਨੇ ਕੀ ਸੋਚਿਆ। ਫਿਰ ਤੁਹਾਡੇ ਕੋਲ ਅੜਨ ਦਾ ਕੋਈ ਰਾਹ ਰਿਹਾ ਨਹੀਂ। ਦੇਖੋ ਰਾਹ ਰਹਿਣਾ ਵੀ ਕੀ ਸੀਗਾ ਜਦੋਂ ਸਾਡੀ ਜਿਹੜੀ ਅਸੀਂ 5 ਮੈਂਬਰੀ ਕਮੇਟੀ ਫੈਸਲਾ ਲੈਣ ਵਾਲੀ ਬਣਾਈ, ਨੋਟ ਕਰਿਓ ਜੇ ਉਹਦੇ ਚ ਕੀ ਸੀ। ਉਹਦੇ ਵਿੱਚ ਜਿੰਨੇ ਬੰਦੇ ਜ਼ਿਆਦਾਤਰ ਬੰਦੇ ਸੀ ਜਿਹੜੇ 5 ਮੈਂਬਰੀ ਕਮੇਟੀ ਚ ਉਹ ਸਾਰੇ ਅਦਰ ਸਟੇਟਾਂ ਦੇ ਪਾਏ ਸੀ ਅਸੀਂ। ਠੀਕ ਹੈ, ਸਿਰਫ ਇੱਕ ਮਤਲਬ ਰਾਜਿਆ ਆਪਣਾ ਪੰਜਾਬ ਤੋਂ ਲਏ ਸੀ। ਠੀਕ ਹੈ, ਬਾਕੀ ਸਾਰੇ ਦੇ ਸਾਰੇ ਅਦਰ ਸਟੇਟਾਂ ਸੀ। ਬਿਲਕੁਲ। ਤੇ ਸਾਨੂੰ ਇਹ ਸੀ ਵੀ ਅਦਰ ਸਟੇਟਾਂ ਜਦੋਂ ਉੱਥੋਂ ਫੈਸਲਾ ਲੈਣਗੀਆਂ ਉਹ ਬਹੁਤ ਗਿਣਤੀ ਉਹਨਾਂ ਦੀ ਹੈ ਤਾਂ ਉਹ ਸਟੈਂਡ ਕਾਇਮ ਰੱਖਣਗੇ। ਉਹ ਜਿਸ ਤਰ੍ਹਾਂ ਦਾ ਫਿਰ ਉਹ ਫੈਸਲਾ ਲੈ ਕੇ ਆਏ ਉਹਨਾਂ ਦਾ ਫੈਸਲਾ ਫਿਰ ਸਾਨੂੰ ਮਤਲਬ ਮੰਨਣਾ ਪਿਆ। ਤੇ ਡੱਲੇਵਾਲ ਸਾਹਿਬ ਉਸ ਤੋਂ ਬਾਅਦ ਜੋ ਜਥੇਬੰਦੀਆਂ ਨੇ ਫਿਰ ਸਿਆਸੀ ਪਾਰਟੀ ਬਣਾ ਲਈ, ਕੀ ਲੱਗਦਾ ਤੁਹਾਨੂੰ ਆ ਨਤੀਜਾ ਹਲੇ ਆਉਣਾ ਵੀ ਕਾਮਯਾਬ ਹੋਣਗੇ? ਦੇਖੋ ਅਸੀਂ ਤਾਂ ਚਾਹਾਂਗੇ ਕਿ ਮਤਲਬ ਸਾਰੇ ਜਿੱਤਣਗੇ। ਸਾਡੇ ਮਤਲਬ ਲੋਕਾਂ ਦੇ ਵਿੱਚ ਐਡੀ ਵੱਡੀ ਲੋਕਾਂ ਨੇ ਸਾਨੂੰ ਸਪੋਰਟ ਦਿੱਤੀ ਸੀ ਤੇ ਐਡੀ ਵੱਡੀ ਸਪੋਰਟ ਦੇ ਵਿੱਚੋਂ ਮੋਰਚਾ ਬਣਿਆ ਔਰ ਉਹਨਾਂ ਨੇ ਇਲੈਕਸ਼ਨ ਲੜੀ ਹੈ। ਮੈਨੂੰ ਨਹੀਂ ਲੱਗਦਾਗਾ ਵੀ ਮਤਲਬ ਕੋਈ ਇਹੋ ਜਿਹੀ ਗੱਲ ਹੋਏਗੀ ਲੋਕ ਮਤਲਬ ਸਾਥ ਦੇਣਗੇ। ਫਿਰ ਤੁਸੀਂ ਕਿਉਂ ਨਹੀਂ ਸ਼ਾਮਿਲ ਹੋਏ? ਤੁਸੀਂ ਕਹਿੰਦੇ ਵੀ ਉਹ ਤੁਸੀਂ ਕਹਿੰਦੇ ਹੋ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਸਪੋਰਟ ਮਿਲੀ ਹੋਵੇ, ਉਹ ਜਿੱਤਣ, ਫਿਰ ਤੁਸੀਂ ਕਿਉਂ ਪਾਸੇ ਰਹੇ? ਦੇਖੋ ਸਾਡਾ ਪਾਸੇ ਰਹਿਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਡੀ ਜਥੇਬੰਦੀ ਦਾ ਸੰਵਿਧਾਨ ਹੈ। ਸਾਡਾ ਸੰਵਿਧਾਨ ਕਹਿੰਦਾ ਹੈ ਕਿ ਅਸੀਂ ਚੋਣਾਂ ਦੇ ਵਿੱਚ ਭਾਗ ਨਹੀਂ ਲੈਣਾ ਜੀ। ਉਹ ਡਾਇਰੈਕਟ ਇਨਡਾਇਰੈਕਟ ਕਿਸੇ ਵੀ ਤਰੀਕੇ ਨਾਲ ਨਾ ਤੇ ਅਸੀਂ ਇਲੈਕਸ਼ਨ ਲੜਨੀ ਹੈ ਨਾ ਕਿਸੇ ਦੀ ਅਸੀਂ ਸਪੋਰਟ ਕਰਨੀ ਹੈ। ਇੱਥੋਂ ਤੱਕ ਹੈ ਕਿ ਆ ਹੁਣ ਇਲੈਕਸ਼ਨ ਹੋ ਕੇ ਹਟੀ ਹੈ ਨਾ ਜੀ, ਮੇਰੇ ਪਰਿਵਾਰ ਨੂੰ, ਮੇਰੇ ਬੇਟੇ ਨੂੰ, ਮੇਰੀ ਨੂੰਹ ਨੂੰ, ਮੇਰੀ ਵਾਈਫ ਨੂੰ ਇਹ ਨਹੀਂ ਪਤਾ ਕਿ ਮੈਂ ਵੋਟ ਕਿਹਨੂੰ ਪਾਈ ਹੈ ਤੇ ਮੈਨੂੰ ਇਹ ਨਹੀਂ ਪਤਾ ਕਿ ਵੀ ਉਹਨਾਂ ਨੇ ਵੋਟ ਕਿਹਨੂੰ ਪਾਈ ਹੈ। ਅਸੀਂ ਵੋਟਾਂ ਤੋਂ ਪਹਿਲਾਂ ਅਸੀਂ ਰਾਜੇਵਾਲ ਸਾਹਿਬ ਦਾ ਇੰਟਰਵਿਊ ਕੀਤਾ ਸੀ, ਉਹਨਾਂ ਨੇ ਇਹ ਦਾਅਵੇ ਨਾਲ ਕਿਹਾ ਸੀ ਕਿ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਨੇ, ਅੰਦਰ ਖਾਤੇ ਸਾਨੂੰ ਸਪੋਰਟ ਦਿੱਤੀ ਹੋਈ ਹੈ ਤੇ ਸਾਨੂੰ ਹੀ ਵੋਟਾਂ ਪਾਉਣਗੇ। ਤੁਹਾਡੀ ਵੀ 32 ਦੇ ਵਿੱਚ ਦੇਖੋ ਸਾਡੀ ਇਹ ਤਾਂ ਕਹਿਣਾ ਉਹਨਾਂ ਦਾ ਮਤਲਬ ਮੈਨੂੰ ਲੱਗਦਾ ਕਿਤੇ ਨਾ ਕਿਤੇ ਐਵੇਂ ਤੁਹਾਡੇ ਕੋਲੇ ਗੱਲ ਕਹਿਤੀ ਹੋਏਗੀ। ਸਾਡਾ ਤੇ ਮੇਰਾ ਤਾਂ ਬਹੁਤ ਵਾਰੀ ਪ੍ਰੈਸ ਦੇ ਸਾਹਮਣੇ ਮੈਂ ਤੇ ਇਹ ਗੱਲਾਂ ਕਹੀਆਂ ਨੇ ਕਿ ਵੀ ਭਾਈ ਸਾਡੀ ਜਥੇਬੰਦੀ ਕਿਸੇ ਤਰ੍ਹਾਂ ਦੀ ਪੋਲਿਟਿਕਸ 'ਚ ਅਸੀਂ ਆਉਣਾ ਹੀ ਨਹੀਂ ਜੀ। ਅਸੀਂ ਪੋਲਿਟਿਕਸ ਆ ਕੋਈ ਮਤਲਬ ਨਹੀਂ ਸਾਡਾ। ਦੇਖੋ ਅੱਜ ਇੱਕ ਨੂੰ ਅਸੀਂ ਹਾਂ ਕਰ ਦਿਆਂਗੇ ਤਾਂ ਕੱਲ ਨੂੰ ਦੂਸਰੇ ਆਉਣਗੇ। ਇੱਕ ਗੱਲ। ਨੰਬਰ 2, ਸਾਡੇ ਵਿੱਚ ਇੱਕ ਵਿਚਾਰ ਦੇ ਲੋਕ ਨਹੀਂ ਨਾ ਜੀ। ਸਾਡੇ ਵਿੱਚ ਅਕਾਲੀ ਵਿਚਾਰ ਦੇ ਲੋਕ ਵੀ ਨੇ, ਕਾਂਗਰਸ ਦੇ ਵੀ ਨੇ, ਆਪ ਵਾਲਿਆਂ ਦੇ ਵੀ ਹੋਣਗੇ, ਕੋਈ ਬੀਜੇਪੀ ਦਾ ਸਮਰਥਕ ਵੀ ਬੈਠਾ ਹੋਏਗਾ, ਕੋਈ ਕਾਮਰੇਡ ਵਿਚਾਰਧਾਰਾ ਦਾ ਵੀ ਸਾਡੇ ਵਿੱਚ ਬੈਠਾ ਹੋਏਗਾ। ਹੁਣ ਉਹ ਜਿਹੜੀਆਂ ਇੰਨੀਆਂ ਵਿਚਾਰਧਾਰਾਵਾਂ ਨੇ ਇੱਕ ਦੀ ਸਪੋਰਟ ਕਰਾਂਗੇ ਤੇ ਦੂਜੇ ਸਾਡੇ ਨਾਰਾਜ਼ ਹੋ ਜਾਣਗੇ। ਤੋ ਇਸ ਕਰਕੇ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੀ ਸੰਵਿਧਾਨ 'ਚ ਅਸੀਂ ਇੱਕ ਲਾਈਨ ਪਾਈ ਹੋਈ ਹੈ ਕਿ ਅਸੀਂ ਆਪਦੀ ਜਥੇਬੰਦੀ ਦਾ ਜਿਹੜਾ ਸੰਵਿਧਾਨ ਦੇ ਵਿੱਚ ਇਹ ਗੱਲ ਬੜੀ ਠੋਕ ਕੇ ਹੈ ਕਿ ਸਾਡਾ ਕੋਈ ਵੀ ਆਗੂ ਅਗਰ ਕਿਸੇ ਪੋਲੀਟੀਕਲ ਪਾਰਟੀ ਦੀ ਕਿਸੇ ਧਿਰ ਦੀ ਸਪੋਰਟ ਕਰਦਾ ਪਾਇਆ ਜਾਂਦਾ ਹੈ ਤਾਂ ਅਸੀਂ ਜਥੇਬੰਦੀ ਚੋਂ ਬਾਹਰ ਕੱਢ ਦਿਆਂਗੇ ਉਹਨੂੰ। ਜੀ ਜੀ। ਪਰ ਜੇ ਪੂਰਾ ਸਾਰਾ ਮੋਰਚਾ ਇਕਜੁੱਟ ਹੋ ਕੇ ਇੱਕ ਵੱਡੀ ਸਿਆਸੀ ਪਾਰਟੀ ਬਣਾਉਂਦਾ ਫੇਰ ਸ਼ਾਮਿਲ ਹੁੰਦੇ? ਦੇਖੋ ਨਹੀਂ, ਉਹਦੇ 'ਚ ਇਹ ਵੀ ਨਹੀਂ ਗੱਲ ਹੈ। ਦੇਖੋ ਮੋਰਚਾ ਬਹੁਤ ਵੱਡਾ ਹੈ। ਹਾਂਜੀ। ਮੋਰਚਾ ਬੀਬਾ ਜੀ ਇਸ ਲਈ ਬਣਿਆ ਸੀਗਾ ਕਿ ਅਸੀਂ 3 ਕਾਨੂੰਨ ਰੱਦ ਕਰਾਉਣੇ ਨੇ, MSP ਦੀ ਗਰੰਟੀ ਲੈਣੀ ਹੈ। ਹੁਣ ਦੇਸ਼ ਲੈਵਲ ਦਾ ਲਗਭਗ ਪੌਣੇ 500 ਜਥੇਬੰਦੀਆਂ ਨੇ ਮਿਲ ਕੇ ਬਣਾਇਆ ਇੱਕ ਮੋਰਚਾ ਹੈ। ਇੱਕ ਪ੍ਰੈਸ਼ਰ ਗਰੁੱਪ ਸੀ। ਹੁਣ ਉਹ ਮਿਨੀਮਮ ਪ੍ਰੋਗਰਾਮ ਤੇ ਇਕੱਠਾ ਹੋਇਆ ਔਰ ਉਹਨੇ ਪਹਿਲੀਆਂ 'ਚ ਇਹ ਗੱਲ ਰੱਖੀ ਕਿ ਨਾਨ ਪੋਲੀਟੀਕਲ ਰਹੇਗਾ ਤੇ ਜੇ ਨਾਨ ਪੋਲੀਟੀਕਲ ਰਹੇਗਾ ਤਾਂ ਜੇ ਅਸੀਂ ਨਾਨ ਪੋਲੀਟੀਕਲ ਨੂੰ ਨਹੀਂ ਰਹਿਣ ਦੇਵਾਂਗੇ ਤਾਂ ਫਿਰ ਕਿਤੇ ਨਾ ਕਿਤੇ ਮੋਰਚਾ ਟੁੱਟੇਗਾ। ਲੜਾਈ ਸਾਡੀਆਂ ਅਜੇ ਮੰਗਾਂ ਬਾਕੀ ਪਈਆਂ ਨੇ। ਤੇ ਇਹ ਗੱਲਾਂ ਰਾਜੇਵਾਲ ਸਾਹਿਬ ਨਾਲ ਸਾਂਝੀਆਂ ਨਹੀਂ ਹੋਈਆਂ? ਤੁਸੀਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਜਿੰਨੇ 22 ਜਥੇਬੰਦੀਆਂ? ਨਹੀਂ, ਇਹ ਤਾਂ ਦੇਖੋ ਮੇਰੇ ਨਾਲ ਤਾਂ ਸਾਡੀਆਂ ਜਦੋਂ ਪੰਜਾਬ ਪਹਿਲੀ ਤਾਂ ਗੱਲ ਹੈ ਜਦੋਂ ਉੱਥੇ ਮੋਰਚੇ 'ਚ ਜਦੋਂ ਮੀਟਿੰਗ ਹੁੰਦੀ ਸੀ ਹਾਂਜੀ ਉਦੋਂ ਖੁੱਲ ਕੇ ਇਹਦੇ ਤੇ ਬਹਿਸ ਹੀ ਨਹੀਂ ਹੋਈ। ਇੱਕ ਤਾਂ ਗੱਲ ਇਹ ਸੀ ਤੁਹਾਡੇ ਵਰਗੇ ਮਾਧਿਅਮ ਤੋਂ
ਉਹ ਗੱਲ ਸਮਝਦੇ ਸੀ ਕਿ ਇਹ ਜਥੇਬੰਦੀਆਂ ਨਾਨ ਪੋਲੀਟੀਕਲ ਰਹਿਣਗੀਆਂ। ਤੋਂ ਸਾਡੇ ਤੋਂ ਤਾਂ ਪਾਸੇ ਹੀ ਉੱਥੇ ਵੀ ਅੰਦਰ ਖਾਤੇ ਇਹ 25 ਜਥੇਬੰਦੀਆਂ ਨੇ ਆਪਸ ਵਿੱਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਲਈਆਂ ਸੀ। ਔਰ ਉਹਨਾਂ ਮੀਟਿੰਗਾਂ ਤੇ ਚਲੋ ਸਾਨੂੰ ਕੀ ਸੀਗਾ ਵੀ ਚਲੋ ਕਰਨ, ਜਿਹੜੀ ਕਰਦੇ ਉਹਨਾਂ ਨੇ ਪੋਲਿਟਿਕਸ ਕਰਨੀ ਹੋਏਗੀ, ਅਸੀਂ ਤਾਂ ਕਰਨੀ ਨਹੀਂ। ਉੱਥੇ ਹੀ ਸ਼ੁਰੂ ਹੋ ਗਈਆਂ ਸੀ, ਉੱਥੇ ਅੰਦਰ ਖਾਤੇ ਮੀਟਿੰਗਾਂ ਸ਼ੁਰੂ ਹੋ ਗਈਆਂ ਸੀ। ਠੀਕ ਹੈ। ਹੁਣ ਉਦੋਂ ਬਾਅਦ ਬੜੀ ਉਤਾਵਲ ਜਿਹੜਾ ਕੁਛ ਇੰਨਾ ਉੱਥੇ ਕਾਲ ਹੋਈ ਹੈ ਨਾ, ਉਹ ਇਸੇ ਗੱਲ 'ਚੋਂ ਹੋਈ ਹੈ। ਫਿਰ ਇੱਥੇ ਆ ਕੇ ਜਦੋਂ ਮੀਟਿੰਗਾਂ ਹੋਈਆਂ ਸਾਡੇ ਨਾਲ ਇੱਕ ਤਰ੍ਹਾਂ ਦਾ ਕੰਡਿਆਂ ਤੋਂ ਘੜੀਸਣ ਵਾਲੀ ਗੱਲ ਸੀ ਕਿ ਜੀ ਬੱਤੀਆਂ ਦੀ ਮੀਟਿੰਗ ਆ, ਬੋਲੋ ਰਾਜਨੀਤੀ ਜਾਈਏ ਕਿ ਨਾ ਜਾਈਏ। ਹੁਣ ਇਹਨਾਂ ਦੀ ਤਿਆਰੀ ਹੋਈ ਵੀ ਸੀ ਵੀ ਰਾਜਨੀਤੀ 'ਚ ਜਾਣਾ ਹੈ। ਤੋ ਉਹ ਸਾਰੀ ਗੱਲ ਦੇ ਉੱਤੇ ਅਸੀਂ ਹਰ ਵਾਰੀ 2 ਮੀਟਿੰਗਾਂ ਹੋਈਆਂ ਸਾਡੀਆਂ ਜੀ। ਦੋਨਾਂ ਮੀਟਿੰਗਾਂ ਦੇ ਵਿੱਚ ਸਾਡਾ ਇਹ ਹੁੰਦਾ ਸੀ ਵਿਊ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੋਏਗਾ। ਐਸਕੇਐਮ ਬਚਾਉਣਾ, ਐਸਕੇਐਮ ਨਾਨ ਪੋਲੀਟੀਕਲ ਹੋਣ ਦੇ ਨਾਤੇ ਬਣਿਆ ਹੋਇਆ ਹੈ ਜੀ। ਲੜਾਈ ਹਜੇ ਸਾਡੀ ਬਾਕੀ ਪਈ ਹੈ। ਜਿੰਨਾ ਚਿਰ ਉਹ ਲੜਾਈ ਜਿੱਤੀ ਨਹੀਂ ਜਾਂਦੀ ਉਹਨਾਂ ਚਿਰ ਸਾਨੂੰ ਰਾਜਨੀਤੀ 'ਚ ਬਿਲਕੁਲ ਭਾਗ ਨਹੀਂ ਲੈਣਾ ਚਾਹੀਦਾ। ਔਰ ਉੱਥੇ ਫਿਰ ਅਖੀਰਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ, ਚਲੋ ਜੀ ਜਿਹੜੇ ਆਪਾਂ ਇਉਂ ਕਰੋ, ਜਿਹੜੇ ਮੀਟਿੰਗ 'ਚ ਫੈਸਲਾ ਆਪਣੇ ਚੋਣਾਂ ਲੜਨੀਆਂ ਚਾਹੁੰਦੇ ਆ ਉਹ ਲੜ ਲੈਣ, ਜਿਹੜੇ ਨਹੀਂ ਲੜਨਾ ਚਾਹੁੰਦੇ ਉਹ ਨਾ ਲੜਨ। ਪਰ ਤੁਹਾਨੂੰ ਨਹੀਂ ਲੱਗਦਾ ਵੀ ਇਸ ਫੈਸਲੇ ਦੇ ਨਾਲ ਨੁਕਸਾਨ ਹੋਇਆ? ਜਿਵੇਂ ਲੋਕ ਆਮ ਤੌਰ ਤੇ ਕਹਿੰਦੇ ਨੇ ਕਿ ਰਾਜੇਵਾਲ ਸਾਹਿਬ ਨੇ ਜਾਂ ਫਿਰ ਜਿਹੜੀਆਂ ਜਥੇਬੰਦੀਆਂ ਨੇ ਸਿਆਸੀ ਪਾਰਟੀ ਬਣਾਈ ਹੈ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਪਹੁੰਚ ਰਿਹਾ ਹੈ ਤੇ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲੱਗੀ ਹੈ। ਦੇਖੋ ਇਹ ਤਾਂ ਗੱਲ ਬੀਜੇਪੀ ਨੂੰ ਫਾਇਦਾ ਪਹੁੰਚ ਰਿਹਾ ਜਾਂ ਕਿਹਨੂੰ ਨੁਕਸਾਨ ਹੋ ਰਿਹਾ, ਇਹ ਤਾਂ ਪੋਲੀਟੀਕਲ ਗੱਲ ਹੈ। ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਹੈ। ਲੇਕਿਨ ਇਹ ਜ਼ਰੂਰ ਹੈ ਕਿ ਪੋਲੀਟੀਕਲ ਧਿਰਾਂ ਜਿਹੜੀਆਂ ਸਾਨੂੰ ਲਗਾਤਾਰ ਟਾਰਗੇਟ ਕਰਦੀਆਂ ਰਹੀਆਂ ਸੀ ਨਾ ਕਿ ਰਾਜਨੀਤੀ ਕਰਨ ਆਏ ਨੇ, ਰਾਜਨੀਤੀ ਕਰਨ ਆਏ, ਰਾਜਨੀਤੀ ਕਰਨਗੇ, ਉਹਨਾਂ ਨੂੰ ਅਸੀਂ ਜਵਾਬ ਦਿੰਦੇ ਰਹੇ ਹਾਂ ਕਿ ਸਾਡਾ ਕੋਈ ਰਾਜਨੀਤੀ ਦਾ ਮਤਲਬ ਨਹੀਂ, ਅਸੀਂ ਨਾਨ ਪੋਲੀਟੀਕਲ ਹੈ। ਲੇਕਿਨ ਇਹਨਾਂ ਨੇ ਉੱਥੇ ਆ ਕੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਤਾ, ਉਹਨਾਂ ਦੀ ਗੱਲ ਸਹੀ ਸਾਬਤ ਕਰਤੀ ਕਿ ਆਹ ਦੇਖੋ ਜੀ ਰਾਜਨੀਤੀ ਕਰ ਰਹੇ ਨੇ। ਸੋ ਇਸ ਕਰਕੇ ਇਹ ਸਾਡੇ ਮੋਰਚੇ ਲਈ ਕਿਤੇ ਨਾ ਕਿਤੇ ਸੱਟ ਲੱਗੀ ਹੈ ਮੋਰਚੇ ਨੂੰ। ਤੇ ਹੁਣ ਡੱਲੇਵਾਲ ਸਾਹਿਬ ਯੂਪੀ ਚੋਣਾਂ ਦੇ ਵਿੱਚ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਉੱਥੇ ਪੂਰਾ ਮਤਲਬ ਕਹਿ ਰਹੀਆਂ ਨੇ ਲੋਕਾਂ ਨੂੰ, ਉੱਥੇ ਹੋ ਰਿਹਾ ਕੋਈ ਅਸਰ ਹੋ ਰਿਹਾ ਉਹਨਾਂ ਚੋਣਾਂ ਦੇ ਵਿੱਚ? ਬੀਜੇਪੀ ਨੂੰ ਕੋਈ ਨੁਕਸਾਨ ਤੁਸੀਂ ਦੇਖ ਰਹੇ ਹੋਗੇ। ਮੈਨੂੰ ਲੱਗਦਾ ਹੈ ਕਿ ਵਾਹਿਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਆਪਾਂ ਬੰਗਾਲ ਦੇ ਵਿੱਚੋਂ ਬੀਜੇਪੀ ਨੂੰ ਸਬਕ ਸਿਖਾਇਆ ਹੈ ਜੀ, ਯੂਪੀ 'ਚੋਂ ਵੀ ਲੋਕ ਜਿਸ ਗੁੱਸੇ ਦੇ ਵਿੱਚ ਨੇ, ਜਿਵੇਂ ਬਦਲਾਅ ਵੱਲ ਨੂੰ ਲੋਕਾਂ ਦਾ ਮਨ ਬਣਿਆ ਹੈ ਜਾਂ ਜਿੰਨਾ ਕੁ ਉਹਨਾਂ ਨੇ ਇਸ ਮੋਰਚੇ ਨੂੰ ਸਮਝਿਆ, ਲੋਕ ਅੱਜ ਜਦੋਂ ਗੱਲ ਕਰਦੇ ਆ ਉੱਥੇ ਸਵਾਲ ਜਵਾਬ ਹੁੰਦੇ ਆ, ਪੱਤਰਕਾਰ ਸਵਾਲ ਪੁੱਛਦੇ ਆ, ਤਾਂ ਲਖੀਮਪੁਰ ਵਾਲਾ ਜਿਹੜਾ ਕਾਂਡ ਹੈ ਨਾ ਜੀ, ਉਹਨੂੰ ਲੋਕ ਵਿੱਚ ਲੈਂਦੇ ਨੇ, ਆਪਦੇ ਗੁੱਸੇ ਦੇ ਵਿੱਚ ਉਹ ਜ਼ਾਹਰ ਕਰਦੇ ਆ। ਤਾਂ ਜੇ ਉਹ ਜ਼ਾਹਰ ਕਰਦੇ ਨੇ ਤਾਂ ਮਤਲਬ ਲੋਕਾਂ ਦੇ ਅੰਦਰ ਗੁੱਸਾ ਹੈਗਾ, ਕਿਸਾਨੀ ਅੰਦੋਲਨ ਦਾ ਅਸਰ ਹੈਗਾ। तो जे किसानी अंदोलन का असर है तो फिर सुभाविक है कि उत्थे सरकार नूं जरूर मतलब वो खमियाजा भुगतना पेगा। जे पंजाब दी गल कर लईए, पंजाब दे विच बीजेपी अज हिक ठोक के कह रही है जिन्हां नूं पिंडां च वड़न नहीं सी दिंदे कि सरकार तां साडी ही बनूगी, चाहे किसी नाल मर्जी गठजोड़ करके बने। ते इत्थे लोकां दे मन बदल गए ने हुण बीजेपी दे प्रति, इत्थे जां फिर SSM बनन करके जिहा हो रहा है? देखो ਜਿਹੜਾ ਇੱਥੇ ਉਹਨਾਂ ਦਾ ਕਹਿਣਾ ਹੈ, ਵੈਸੇ ਤਾਂ ਹਰੇਕ ਪਾਰਟੀ ਅੱਜ ਇੱਕ ਠੋਕ ਕੇ ਕਹਿ ਰਹੀ ਹੈ ਕਿ ਸਰਕਾਰ ਸਾਡੀ ਬਣਨੀ ਹੈ। ਤੁਹਾਨੂੰ ਕੀ ਲੱਗਦਾ ਕੋਈ ਪਿੱਛੇ ਨਹੀਂ ਬੈਠਾ। ਪਰ ਜਿਹੜੀ ਬੀਜੇਪੀ ਦੀ ਗੱਲ ਹੈ, ਬੀਜੇਪੀ ਦੇ ਕਿਸੇ ਐਮਐਲਏ ਨੂੰ, ਕਿਸੇ ਉਮੀਦਵਾਰ ਨੂੰ ਲੋਕਾਂ ਨੇ ਵੋਟਾਂ ਮੰਗਣ ਦਾ ਬਾਹਰ ਨਿਕਲਣ ਨਹੀਂ ਦਿੱਤਾ ਜੀ। ਸਰਕਾਰ ਕੀ ਬਣੂਗੀ? ਹਾਂ, ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜੇ ਮੈਂ ਬਹੁਤ ਵਾਰੀ ਆਪਦੀਆਂ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਹੈ ਹਾਂਜੀ ਕਿ ਬੀਜੇਪੀ ਦੀ ਬੇੜੀ ਇੱਕ ਉਹ ਬੇੜੀ ਹੈ, ਇਹਦੇ 'ਚ ਜਿਹੜਾ ਵੀ ਚੜੂਗਾ ਉਹ ਬੀਜੇਪੀ ਦੀ ਬੇੜੀ ਤਾਂ ਡੁੱਬਣੀ ਹੈ, ਉਹ ਵੀ ਨਾਲ ਡੁੱਬੂਗਾ। ਠੀਕ ਹੈ। ਉਹ ਆ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਗਈ ਨਾ ਗੱਲ, ਉਹ ਹਾਂਜੀ ਕਿਤੋਂ ਮੈਨੂੰ ਲੱਗਦਾ ਇੱਕ ਉਮੀਦਵਾਰ ਨੂੰ ਇਹਦੇ ਨੂੰ 1000 ਵੋਟ ਨਹੀਂ ਪੈਣੀ, ਪਰ ਕਹਿ ਰਹੇ ਨੇ ਕੈਪਟਨ ਸਾਹਿਬ ਤਾਂ ਜਿੱਤ ਰਹੇ ਨੇ ਤੇ ਕੈਪਟਨ ਦਾ ਵੀ ਲੱਗ ਜਾਊਗਾ ਪਤਾ ਕੀ ਆਉਂਦਾ ਸਾਹਮਣੇ ਨਿਕਲ ਕੇ। ਸੋ ਮੇਰਾ ਕੁੱਲ ਮਿਲਾ ਕੇ ਗੱਲ ਕਰਨ ਦਾ ਭਾਵ ਇਹ ਹੈ ਕਿ ਬੀਜੇਪੀ ਦੇਖੋ ਲੰਮਾ ਸਮਾਂ ਸੀਐਮ ਰਿਹਾ ਕੈਪਟਨ ਅਮਰਿੰਦਰ ਸਿੰਘ, ਜੇ ਕੈਪਟਨ ਅਮਰਿੰਦਰ ਸਿੰਘ ਜਿੱਤ ਵੀ ਜਾਂਦਾ ਭਲਾ ਤਾਂ ਫਿਰ ਪਾਰਟੀ ਤਾਂ ਸਾਰੀ ਹਾਰ ਗਈ ਨਾ, ਪੱਲੇ ਦਾ ਕੁਝ ਨਹੀਂਗਾ ਜੀ। ਸਵਾਲ ਇਸ ਗੱਲ ਦਾ ਕਿ ਦੁੱਖ ਕਿਸ ਗੱਲ ਦਾ ਨਾਲ ਕਿ ਇਹਨਾਂ ਨੇ ਜਾ ਕੇ ਉਸ ਖੇਮੇ 'ਚ ਬੈਠਣ ਵਾਲੀ ਕਮਾਲ ਕਰਤੀ, ਇੱਕ ਗੱਲ। ਦੂਜੀ ਗੱਲ ਆ, ਜਦੋਂ ਲੋਕਾਂ ਦਾ ਰੋਸ ਵੇਖਿਆ, ਵਿਦਰੋਹ ਹੋਇਆ, ਤਾਂ ਅਕਾਲੀ ਦਲ ਨੇ ਪੈਰ ਪਿੱਛੇ ਰੱਖ ਲਿਆ ਕਿ ਅਸੀਂ ਤਾਂ ਜੀ ਤੋੜ ਵਿਛੋੜਾ ਕਰ ਲਿਆ ਬੀਜੇਪੀ ਨੂੰ। ਜੇ ਹੁਣ ਬੀਜੇਪੀ ਨਾਲ ਤੋੜ ਵਿਛੋੜਾ ਕੀਤਾ ਸੀ ਤਾਂ ਉਹ ਉਦੋਂ ਵੀ ਮੈਂ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹ ਟੈਂਪਰੇਰੀ ਹੈ, ਇਹ ਇਹਨਾਂ ਦਾ ਉੱਪਰਲੇ ਮਨੋਂ ਹੈ, ਸਿਰਫ ਲੋਕਾਂ ਦੇ ਕੋਲੋਂ ਆਪਦੀ ਖੱਲ ਬਚਾਉਣ ਵਾਸਤੇ ਹੈ, ਅਖੀਰ ਉੱਥੇ ਹੀ ਜਾਣਗੇ। ਹੁਣ ਵੀ ਤੁਹਾਨੂੰ ਲੱਗਦਾ ਵੀ ਅੰਦਰ ਖਾਤੇ ਗੱਠਜੋੜ ਹੈ? ਅੰਦਰ ਖਾਤੇ ਗੱਠਜੋੜ ਹੁੰਦਾ ਕਲੀਅਰ ਹੋ ਗਿਆ ਜੀ। ਇਹਨਾਂ ਦੇ ਮਜੀਠੀਆ ਨੇ ਬਿਆਨ ਦੇਤਾ ਜੀ
ਕਿ ਅਸੀਂ ਬੀਜੇਪੀ ਨਾਲ ਮਤਲਬ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਹਾਂ। ਜੀ ਜੀ, ਇਹਦਾ ਮਤਲਬ ਉਹ ਸਾਂਝਾਂ ਹਜੇ ਹੈਗੀਆਂ ਨੇ, ਉਹ ਟੁੱਟੀਆਂ ਨਹੀਂ। ਤੇ ਡੱਲੇਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਐਤਕੀ ਕਿੱਧਰ ਨੂੰ ਜਾਣ ਵਾਲੀ ਹੈ? ਕਿ ਜਿੱਤੋਂ ਮਰਜ਼ੀ ਸਵਾਲ ਪੁੱਛੀਏ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ, ਤੁਹਾਨੂੰ ਪੋਲੀਟੀਕਲ ਜਿਹੜਾ ਸੁਭਾਅ ਹੈ ਉਹਦੇ ਚ ਕੀ ਦਿਖ ਰਿਹਾ ਹੈਗਾ? ਦੇਖੋ ਗੱਲ ਇਹ ਹੈ, ਲੋਕਾਂ ਦੇ ਵਿੱਚ ਗੁੱਸਾ ਬਹੁਤ ਸੀ। ਹਾਂਜੀ, ਲੋਕ ਸਾਰੀਆਂ ਹੀ ਪੋਲੀਟੀਕਲ ਧਿਰਾਂ ਤੋਂ ਨਾਰਾਜ਼ ਸੀਗੇ। ਠੀਕ ਹੈ, ਇਹਦੇ ਚ ਕੋਈ ਦੋ ਰਾਮਾ ਨਹੀਂ ਹੈ। ਪਰ ਫਿਰ ਵੀ ਵੋਟਾਂ ਪਈਆਂ 72%। ਲੋਕਾਂ ਨੇ ਵੋਟਾਂ ਪਾਈਆਂ। ਹਾਂਜੀ, ਲੋਕਾਂ ਦੀ ਵਿਚਾਰ ਦੇ ਵਿੱਚ ਇੱਕ ਬਦਲਾ ਦੀ ਗੱਲ ਕਰਦੇ ਸੀ ਜੀ। ਇਸੇ ਉਮੀਦ ਚ ਤਾਂ ਅਸੀਂ ਕਹਿੰਦੇ ਆ ਕਿ 72% ਵੋਟਾਂ ਪੈ ਗਈਆਂ ਨੇ, ਬਦਲਾ ਲੋਕ ਚਾਹੁੰਦੇ ਸੀ। ਖਬਰਾਂ ਐਸਐਸਐਮ ਨੂੰ ਮਤਲਬ ਲੋਕਾਂ ਨੇ ਸਿਲੈਕਟ ਕਰ ਲਿਆ ਹੋਵੇ ਜੀ। ਪਰ ਇਹ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ? ਨਹੀਂ, ਮਜ਼ਾਕ ਨਹੀਂ ਹੈ ਇਹ। ਦੇਖੋ ਲੋਕਾਂ ਦੇ ਅੰਦਰ ਦਾ ਨਹੀਂ ਨਾ ਪਤਾ। ਜੀ ਜੀ, ਮਤਲਬ ਰਾਜੇਵਾਲ ਸਾਹਿਬ ਸੀਐਮ ਬਣ ਸਕਦੇ ਨੇ? ਹਾਂ, ਮਨ ਨੂੰ ਕੀ ਆ ਜੀ, ਜੇ ਉਹ ਮਤਲਬ ਲੋਕ ਵੋਟਾਂ ਪਾ ਦਿੰਦੇ ਨੇ ਤਾਂ ਲੋਕਾਂ ਤੇ ਡਿਪੈਂਡ ਹੈ ਨਾ ਜੀ। ਹੁਣ ਲੋਕਾਂ ਨੇ ਵੋਟ ਪਾਈ ਹੈ, ਜੇ ਤਾਂ ਲੋਕਾਂ ਦੀ ਬਦਲਾਅ ਚ ਦੋ ਧਿਰਾਂ ਸੀ, ਬਦਲਾਅ ਦੇ ਵਿੱਚ ਜਾਂ ਤਾਂ ਐਸਐਸਐਮ ਸੀ ਜਾਂ ਫਿਰ ਮਤਲਬ ਆਪ ਵਾਲੇ ਸੀ, ਆਮ ਆਦਮੀ ਪਾਰਟੀ। ਹੁਣ ਲੋਕਾਂ ਨੇ ਕਿਹਨੂੰ ਸਿਲੈਕਟ ਕੀਤਾ ਹੈ, ਇਹ ਲੋਕਾਂ ਤੇ ਡਿਪੈਂਡ। ਅੱਛਾ, ਤੇ ਮੈਨੀਫੈਸਟੋ ਬਾਰੇ ਕੀ ਤੁਸੀਂ ਦੇਖਦੇ ਹੋ? ਸਭ ਤੋਂ ਵਧੀਆ ਮੈਨੀਫੈਸਟੋ ਤੁਹਾਨੂੰ ਕਿਹਦਾ ਲੱਗਿਆ? ਐਸਐਸਐਮ ਨੇ ਵੀ ਦਿੱਤਾ ਹੈਗਾ ਚੋਣ ਮੈਨੀਫੈਸਟੋ, ਉਹਦਾ ਨਾਮ ਇਕਰਾਰਨਾਮਾ ਰੱਖਿਆ। ਉਹਦੇ ਵਿੱਚ ਕਾਫੀ ਕੁਝ ਉਹਨਾਂ ਨੇ ਦਿੱਤਾ ਹੋਇਆ ਕਿਸਾਨਾਂ ਲਈ ਵੀ। ਪਸੰਦ ਕਰਦੇ ਹੋ ਉਸ ਮੈਨੀਫੈਸਟੋ? ਦੇਖੋ, ਮੈਂ ਬੇਨਤੀ ਇਹ ਕਰਾਂ ਕਿ ਜਿਹੜਾ ਚੋਣ ਮੈਨੀਫੈਸਟੋ ਹੁੰਦੇ ਆ ਨਾ ਜੀ, ਇਹਨਾਂ ਦੇ ਉੱਤੇ ਬਹੁਤਾ ਵਿਸ਼ਵਾਸ ਕਰਨਾ ਅਸੀਂ ਤਾਂ ਹੁਣ ਮਤਲਬ ਛੱਡ ਗਏ ਹਾਂ। ਕਿਉਂਕਿ ਅੱਜ ਤੱਕ ਜਿੰਨੇ ਚੋਣ ਮੈਨੀਫੈਸਟੋ ਆਏ ਆ, ਜਿਹਦੇ ਵੀ ਆਏ ਆ, ਕਿਸੇ ਚੋਣ ਮੈਨੀਫੈਸਟੋ ਤੇ ਕਦੇ ਕੋਈ ਪੂਰਾ ਉਤਰਿਆ? ਵਾਅਦੇ ਕਰਦੇ ਆ ਮੁੱਕਰ ਜਾਂਦੇ ਆ, ਵਾਅਦੇ ਕਰਦੇ ਆ ਮੁੱਕਰ ਜਾਂਦੇ ਆ। ਸੋ ਚੋਣ ਮੈਨੀਫੈਸਟੋ ਤੇ ਬਹੁਤਾ ਵਾਅਦਾ ਨਹੀਂ ਕੀਤਾ। ਇਹ ਜ਼ਰੂਰ ਹੈ ਕਿ ਉਹ ਚੋਣ ਮੈਨੀਫੈਸਟੋ ਹੁੰਦਾ ਜਿਹੜਾ, ਉਹ ਸਾਡੇ ਅੰਦੋਲਨ ਦਾ ਇੱਕ ਬੇਸ ਬਣ ਜਾਂਦਾ ਹੈ। ਉਹਦੇ ਤੇ ਸਾਡੀ ਲੜਾਈ ਸ਼ੁਰੂ ਹੋ ਜਾਂਦੀ ਹੈ। ਕਿਆ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ, ਇਹ ਪੂਰਾ ਕਰੋ। ਤੋ ਇਸ ਤੋਂ ਬਾਅਦ ਹੋਰ ਮੈਨੂੰ ਲੱਗਦਾ ਚੋਣ ਮੈਨੀਫੈਸਟੋ ਦੇ ਵਿੱਚੋਂ ਕੁਝ ਨਿਕਲਣਾ ਨਹੀਂ। ਤੇ ਜਿਹੜੀਆਂ ਸਾਡੀਆਂ ਮੰਗਾਂ ਨੇ, ਸਾਡੀਆਂ ਜਿਹੜੀਆਂ ਲੋੜਾਂ ਨੇ, ਉਹ ਤੇ ਜਿਵੇਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਹੈ, ਵੱਡੀ ਮੰਗ ਹੈ ਸਾਡੀ ਜੀ ਜੀ, ਔਰ ਇਹ ਕਿਸੇ ਨੇ ਚੋਣ ਮੈਨੀਫੈਸਟੋ 'ਚ ਨਹੀਂ ਲੈ ਕੇ ਆਂਦੀ। ਹਾਂ, ਇਹ ਹੈਰਾਨੀ ਦੀ ਗੱਲ ਹੈ ਕਿ ਰਾਜੇਵਾਲ ਸਾਹਿਬ ਨੇ ਵੀ ਨਹੀਂ ਲਿਆਂਦੀ, ਪਰ ਉਹ ਕਹਿੰਦੇ ਨੇ ਕਿ ਸਾਰਾ ਕਰਜ਼ਾ ਮਾਫ ਹੋ ਹੀ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ। ਨਹੀਂ, ਇਹ ਨਹੀਂ ਗੱਲਾਂ ਹੈਗੀਆਂ। ਮੈਨੂੰ ਲੱਗਦਾ ਕਿ ਜੇ ਤਾਂ ਬਦਲਾਅ ਦੀਆਂ ਗੱਲਾਂ ਨੇ, ਹਾਂਜੀ, ਜੇ ਕੋਈ ਬਦਲਾਅ ਦੀਆਂ ਗੱਲਾਂ ਕਰੇ, ਜਿੰਨਾ ਪੰਜਾਬ ਦਾ ਸਰਮਾਇਆ ਕਾਰਪੋਰੇਟ ਲੋਕਾਂ ਕੋਲੇ ਜਾਂ ਇਹ ਕਹ ਲਓ ਤੁਸੀਂ ਇਹਨਾਂ ਸਰਮਾਏਦਾਰ ਜਾਂ ਪੋਲੀਟੀਕਲ ਧਿਰਾਂ ਕੋਲੇ ਤੁਰਿਆ ਜਾ ਰਿਹਾ ਹੈ, ਜੀ ਜੀ, ਅਗਰ ਉਹਨੂੰ ਠੱਲ ਪਾ ਕੇ ਉਹਨਾਂ ਦਾ ਮੂੰਹ ਮੋੜ ਕੇ ਖਜ਼ਾਨੇ ਵੱਲ ਨੂੰ ਕਰ ਲੈਣਾ ਹੋਵੇ, ਰੇਤ ਦਾ ਮਾਫੀਆ ਹੈ ਜੀ, ਟਰਾਂਸਪੋਰਟ ਮਾਫੀਆ ਹੈ, ਕੇਬਲ ਮਾਫੀਆ ਹੈ, ਕਿੰਨੇ ਕੁਛ ਹੈ ਸਾਡੇ ਸਾਹਮਣੇ, ਸ਼ਰਾਬ ਮਾਫੀਆ ਹੈ ਜੀ ਜੀ। ਅਗਰ ਇਹ ਸਾਰੇ ਕੁਛ ਨੂੰ ਜਿੱਧਰ ਨੂੰ ਜਾ ਰਿਹਾ ਸਰਮਾਇਆ ਉਧਰੋਂ ਮੋੜ ਕੇ ਅਗਰ ਖਜ਼ਾਨੇ ਵੱਲ ਕਰ ਲਿਆ ਜਾਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤੀ ਵੱਡੀ ਅਮਾਉਂਟ ਬਣਨੀ ਹੈ। ਪੰਜਾਬ ਸਿਰਫ 3 ਲੱਖ ਜਾਂ 3.5 ਲੱਖ ਕਰੋੜ ਦਾ ਕਰਜ਼ਾ ਹੈ। ਜੀ ਜੀ, ਜੇ 3.5 ਲੱਖ ਕਰੋੜ ਤਾਂ ਮੈਨੂੰ ਲੱਗਦਾ ਇਹ ਵੇਖਣੇ ਉਹਦੇ ਕੈਲਕੂਲੇਟ ਕਰਕੇ 1 ਸਾਲ ਦੇ ਵਿੱਚ ਇਨਕਮ ਹੈ ਜੀ ਇਹਨਾਂ ਦੇ ਵਿੱਚੋਂ। ਬਿਲਕੁਲ, ਯਾਨੀ ਕਿ ਕਿਸਾਨਾਂ ਨੇ ਵੀ ਲਾਏ ਹੈਗੇ ਨੇ। ਸੋ ਡੱਲੇਵਾਲ ਸਾਹਿਬ, ਸੈਂਟਰ ਸਰਕਾਰ ਹਮਲੇ ਕਰਦੀ ਰਹਿੰਦੀ ਹੈ, ਚਾਹੇ ਤੁਸੀਂ ਇੱਕ ਵੱਡੀ ਜੰਗ ਜਿੱਤ ਕੇ ਆਏ ਹੋ ਦਿੱਲੀ ਤੋਂ, ਪਰ ਹੁਣ ਹੋਰ ਤਰੀਕੇ ਦੇ ਨਾਲ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਹੀਂ ਹਮਲਾ ਕੀਤਾ ਹੈਗਾ, ਪੱਕੀ ਪ੍ਰਤੀਨਿਧਤਾ ਖਤਮ ਕਰਤੀ। ਤੁਹਾਡੇ ਬਾਰੇ ਫੈਸਲਾ ਲਿਆ ਸੀ, ਕਿਸਾਨਾਂ ਬਾਰੇ, ਸਾਡੇ ਸਾਰਿਆਂ ਬਾਰੇ। 3 ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਤੁਹਾਨੂੰ 1.5 ਸਾਲ ਲੱਗੇ, ਤੇ ਇਹ ਫੈਸਲਾ ਤੁਹਾਨੂੰ ਲੱਗਦਾ ਮੁੜ ਜੂਗਾ? ਸਿਆਸੀ ਲੀਡਰ ਚੁੱਪ ਨੇ ਤੇ? ਦੇਖੋ, ਸਾਡੀ ਤੇ ਲੋੜ ਹੈ, ਅਸੀਂ ਤਾਂ ਲੜਾਂਗੇ ਜੀ। ਸਿਆਸੀ ਭਾਵੇਂ ਚੁੱਪ ਨੇ ਜਾਂ ਕੁਝ ਵੀ ਹੈ। ਇੱਕ ਚੰਗੀ ਗੱਲ ਹੈ ਇਹਦੇ ਚ, ਅੱਛਾ, ਉਹਨਾਂ ਨੇ ਹਿੱਸੇਦਾਰੀ ਖਤਮ ਕੱਲੇ ਪੰਜਾਬ ਦੀ ਨਹੀਂ ਕੀਤੀ, ਹਿੱਸੇਦਾਰੀ ਹਰਿਆਣੇ ਦੀ ਵੀ ਖਤਮ ਕੀਤੀ ਹੈ। ਬਿਲਕੁਲ, ਦੋਨਾਂ ਦੀ। ਜਿਹੜਾ 1974 ਵਾਲਾ ਐਕਟ ਸੀਗਾ, ਉਹਦੇ ਵਿੱਚ 58% ਪੰਜਾਬ ਦੀ ਹਿੱਸੇਦਾਰੀ ਸੀ ਜੀ, ਔਰ 42% ਉਹਦੇ ਵਿੱਚ ਹਰਿਆਣੇ ਦੀ ਹਿੱਸੇਦਾਰੀ ਸੀ। ਉਹਨਾਂ ਦੋਨਾਂ ਦੀ ਹਿੱਸੇਦਾਰੀ ਨੂੰ ਖਾਰਜ ਕੀਤਾ। ਜਿਹੜਾ ਇਹਦਾ ਮਤਲਬ ਸਾਨੂੰ ਦੋਵਾਂ ਭਰਾਵਾਂ ਨੂੰ ਫਿਰ ਉਹਨਾਂ ਨੇ ਜੱਫੀਆਂ ਪਵਾਦੀਆਂ ਵੀ ਇਕੱਠੇ ਹੋ ਕੇ ਆ ਜਾਓ। ਇੱਕ ਗੱਲ। ਨੰਬਰ 2, ਦੇਖੋ ਕਿੱਡੀ ਬਦਕਿਸਮਤੀ ਹੈ, ਸਰਮਾਇਆ ਸਾਡਾ, ਜੀ, ਪਾਣੀ ਦਾ ਖਤਰਾ ਸਾਡੇ ਸਿਰ ਤੇ ਹੈ। ਅਗਰ ਉੱਥੇ ਉਸ ਬੰਨ ਦੇ ਉੱਤੇ ਕੁਝ ਹੋ ਜਾਂਦਾ ਹੈ ਤਾਂ ਡੁੱਬੇਗਾ ਕੌਣ? ਪੰਜਾਬ ਜੀ। ਡੁੱਬਣਾ ਪੰਜਾਬ ਹੈ ਨਾ, ਨੁਕਸਾਨ ਪੰਜਾਬ ਨੇ ਝੱਲਣਾ। ਤੇ ਸਸਤੀ ਬਿਜਲੀ ਕਿਹਨੂੰ ਦਿੱਤੀ ਹੈ? ਦਿੱਲੀ ਨੂੰ। ਇਹ ਇੱਕ ਦਾ ਪਹਿਲਾਂ ਸਾਡੇ ਨਾਲ ਧੱਕਾ ਇੱਥੇ ਹੀ ਹੋ ਰਿਹਾ ਸੀ। ਜੀ ਜੀ, ਲੋੜ ਹਜੇ ਇਹਦੇ ਤੇ ਲੜਾਈ ਲੜਨ ਦੀ ਸੀ। ਹੋ ਸਕਦਾ ਵਾਹਿਗੁਰੂ ਕਿਰਪਾ ਕਰੇ ਅਗਲੀ ਲੜਾਈ ਇਸ ਗੱਲ ਤੇ ਹੋਵੇ ਕਿ ਦੇਖੋ ਇੱਥੋਂ ਲਾਈਨਾਂ ਪਾ ਕੇ ਜੀ ਦਿੱਲੀ ਲਗਾਏ ਨੇ ਤੇ ਪੰਜਾਬ ਨੂੰ ਕਿਉਂ ਨਹੀਂ ਦਿੱਤੀ? ਇਹੀ ਇੱਕ ਮਤਲਬ ਵੱਡਾ ਥਰਮਲ ਜੀ ਦਿੱਲੀ ਦੀ ਕਿਸੇ ਹੱਦ ਤੇ ਲਾ ਦਿੰਦੇ ਔਰ ਉੱਥੋਂ ਬਿਜਲੀ ਸਾਰੀ ਦਿੱਲੀ ਨੂੰ ਦੇ ਦਿੰਦੇ।
ਅੱਜ ਕਿਉਂ ਮਤਲਬ ਪੰਜਾਬ ਨੂੰ ਕੋਲੇ ਦੀ ਮਹਿੰਗੀ ਬਿਜਲੀ ਦੇਣ ਲਈ ਪੈਦਾ ਕਰਕੇ ਵਰਤਣ ਲਈ ਮਜਬੂਰ ਕੀਤਾ ਹੈ। ਇੱਕ ਗੱਲ। ਨੰਬਰ 2, ਹੁਣ ਜਿਹੜੇ ਬੰਦੇ 2 ਅਧਿਕਾਰੀ, ਇੱਕ ਪਾਵਰ ਦਾ ਜੀ ਤੇ ਦੂਸਰਾ ਇਰੀਗੇਸ਼ਨ ਦਾ, ਬਿਲਕੁਲ ਇਹ ਦੋਨੇ ਅਧਿਕਾਰੀ ਹਰਿਆਣੇ ਤੇ ਪੰਜਾਬ ਚੋਂ ਲੈਣੇ ਉਸ ਐਕਟ ਦੇ ਵਿੱਚ ਤੈਅ ਸੀ ਜੀ। ਔਰ ਉਹਨਾਂ ਨੂੰ ਅੱਜ ਕੀ ਕਰਤਾ ਇਹਨਾਂ ਨੇ, ਹੁਣ ਇਹ ਕਹਿੰਦਾ ਬਾਹਰਲੀਆਂ ਸਟੇਟਾਂ ਜਿੱਥੋਂ ਮਰਜ਼ੀ ਲਿਆ ਜਾ ਸਕਦਾ, ਜਿੱਥੋਂ ਮਰਜ਼ੀ। ਚੇਅਰਮੈਨ ਹੀ ਖੁੱਸਣ ਦਾ ਵੀ ਡਰ ਹੈ। ਚੇਅਰਮੈਨ, ਹਾਂ। ਹੁਣ ਸਵਾਲ ਇੱਥੇ ਸਭ ਤੋਂ ਵੱਡਾ ਇਹ ਖੜਾ ਹੈ ਕਿ ਡੁੱਬਦਾ ਪੰਜਾਬ ਹੈ, ਹਾਂਜੀ, ਗੇਟ ਖੋਲਣੇ ਨੇ, ਕਿਵੇਂ ਖੋਲਣੇ ਆ, ਕਿਹਨੂੰ ਕਿੰਨਾ ਪਾਣੀ ਕਿਵੇਂ ਕਰਕੇ ਦੇਣਾ, ਇੱਥੋਂ ਇਰੀਗੇਸ਼ਨ ਪੰਜਾਬ ਦੀ ਹੋਣੀ ਹੈ, ਇੱਥੋਂ ਇਰੀਗੇਸ਼ਨ ਹਰਿਆਣੇ ਦੀ ਹੋਣੀ ਹੈ ਜੀ ਜੀ। ਤਾਂ ਉਹਨਾਂ ਨੂੰ ਆਪਸ ਵਿੱਚ ਲੜਾਉਣ ਵਾਸਤੇ ਕਿ ਕੋਈ ਬਾਹਰਲਾ ਬੰਦਾ ਹੀ ਇਹੋ ਜਿਹਾ ਬਿਠਾ ਦੇਣ ਕਿ ਇਹ ਦੋਨੇ ਸਟੇਟਾਂ ਆਪਸ ਵਿੱਚ ਲੜੀ ਜਾਣ ਜੀ। ਸੋ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਹੜੀ ਸਾਡੀ ਇਹ ਹਿੱਸੇਦਾਰੀ, ਸਾਡਾ ਇਹ ਰਾਈਟ ਜਿਹੜਾ ਖੋਇਆ ਹੈ। ਅਸੀਂ ਵਾਹਿਗੁਰੂ, ਮੈਂ ਫਿਰ ਪਹਿਲਾਂ ਇਹ ਬੇਨਤੀ ਕੀਤੀ ਹੈ ਕਿ ਹੋ ਸਕਦਾ ਪ੍ਰਮਾਤਮਾ ਨੇ ਸਾਨੂੰ ਸਮਾਂ ਬਣਾ ਕੇ ਦੇਣਾ ਹੋਵੇ ਕਿ ਅਸੀਂ ਉਹ ਮੰਗ ਵੀ ਕਰੀਏ ਕਿ ਡੁੱਬਣਾ ਪੰਜਾਬ ਨੇ ਹੈ ਤੇ ਬਿਜਲੀ ਦਿੱਲੀ ਨੂੰ ਕਾਹਤੋਂ ਜੀ। ਇਹਦੇ ਲਈ ਕੋਈ ਪ੍ਰੋਗਰਾਮ ਦੇ ਰਹੇ ਹੋ ਤੁਸੀਂ ਲੋਕਾਂ ਨੂੰ? ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਏਗੀ, ਉਸ ਮੀਟਿੰਗ ਦੇ ਵਿੱਚ ਫੈਸਲਾ ਲਵਾਂਗੇ। ਪਹਿਲੀ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਹਰਿਆਣੇ ਦਾ ਸਾਂਝਾ ਮਾਮਲਾ ਹੈ, ਇਹਨੂੰ ਸੰਯੁਕਤ ਮੋਰਚੇ 'ਚ ਹੀ ਲੈ ਲਿਆ ਜਾਏ। ਠੀਕ ਹੈ। ਅਗਰ ਸੰਯੁਕਤ ਮੋਰਚੇ 'ਚ ਮੰਗ ਉੱਠ ਖੜਦੀ ਹੈ ਫਿਰ ਤਾਂ ਵੈਲ ਐਂਡ ਗੁੱਡ, ਬਹੁਤ ਤਕੜੀ ਗੱਲ ਬਣ ਗਈ ਜੀ। ਅਗਰ ਨਹੀਂ ਵੀ ਸੰਯੁਕਤ ਮੋਰਚੇ ਦੇ ਵਿੱਚ ਇਹ ਗੱਲ ਬਣਦੀ, ਕਿਉਂਕਿ ਦੂਸਰੀਆਂ ਸਟੇਟਾਂ ਹੋ ਸਕਦਾ ਇਹਦੇ 'ਚ ਐਗਰੀ ਨਾ ਹੋਣ, ਕਿਉਂਕਿ ਪੂਰਾ ਭਾਰਤ ਹੈ, ਅਗਰ ਉਹ ਨਹੀਂ ਵੀ ਸਹਿਮਤ ਹੁੰਦੀਆਂ ਤੇ ਪੰਜਾਬ ਤੇ ਹਰਿਆਣਾ ਤਾਂ ਇਕੱਠੇ ਹੋ ਕੇ ਲੜਨਗੇ ਨਾ। ਪੰਜਾਬ ਹਰਿਆਣਾ ਤਾਂ ਵਾਧੂ ਹੈ, ਕਿਉਂਕਿ ਲੀਡ ਤਾਂ ਪਹਿਲਾਂ ਵੀ ਪੰਜਾਬ ਹਰਿਆਣਾ ਨੇ ਕੀਤਾ। ਦੇਖੋ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਪੰਜਾਬ ਤੇ ਹਰਿਆਣੇ ਦੇ ਇਸ ਸੁਭਾਅ ਕਰਕੇ ਹੀ ਅੱਜ ਜਿਹੜਾ ਸਾਡੇ ਇਤਿਹਾਸ ਦੇ ਨਾਲ ਤੋੜ ਮਰੋੜ ਦੀਆਂ ਗੱਲਾਂ ਹੋ ਰਹੀਆਂ ਨਾ ਜੀ, ਇਹਦੇ ਮਗਰ ਵੀ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਲੜਾਕੂ ਸੁਭਾਅ ਦੇ ਕਾਰਨ ਹੀ ਹੈ ਜੀ। ਕਿ ਇਹ ਲੋਕਾਂ ਨੂੰ ਜਿਹੜਾ ਇਹਨਾਂ ਲੜਾਕੂ ਤੇ ਇਹਨਾਂ ਅੰਦੋਲਨਕਾਰੀ ਸੁਭਾਅ ਹੈ ਜਿਹੜਾ ਇਹਨਾਂ ਲੋਕਾਂ ਦਾ, ਇਹ ਕਿੱਥੋਂ ਆਇਆ? ਇਹ ਇਹਨਾਂ ਦਾ ਵਿਰਸਾ ਹੈ ਜੀ। ਲਗਾਤਾਰ ਸਾਡੇ ਅਸੀਂ ਦੇਖਿਆ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਮਹਾਰਾਜ ਜੀ ਤੱਕ ਲੜਾਈਆਂ ਲੜੀਆਂ ਨੇ ਜੀ ਜੀ। ਕਦੇ ਕਲਮ ਨਾਲ ਲੜਾਈ ਲੜੀ, ਕਦੇ ਜ਼ੁਬਾਨ ਨਾਲ ਲੜਾਈ ਲੜੀ ਤੇ ਕਦੇ ਹਥਿਆਰ ਫੜ ਕੇ ਲੜੀ। ਬਿਲਕੁਲ। ਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕਿਹਾ ਹਥਿਆਰ ਫੜ ਕੇ ਲੜੀ, ਤੇ ਹਥਿਆਰਾਂ ਦਾ ਹੁਣ ਉਧਰ ਰੂਸ ਯੂਕਰੇਨ ਦੇ ਵਿੱਚ ਜੰਗ ਲੱਗਿਆ ਹੋਇਆ ਹੈ, ਉੱਥੇ ਵੀ ਹਥਿਆਰਾਂ ਨਾਲ ਹੀ ਜੰਗ ਚੱਲ ਰਿਹਾ ਹੈ, ਤੇ ਹਥਿਆਰਾਂ ਨਾਲ ਲੜਾਈ ਹੋ ਸਕਦੀ ਹੈ ਇੱਥੇ? ਨਹੀਂ, ਦੇਖੋ ਮੈਨੂੰ ਨਹੀਂ ਲੱਗਦਾਗਾ ਹਥਿਆਰਾਂ ਵਾਲੀ ਲੜਾਈ ਤਾਂ ਲੜਨ ਦੀ ਲੋੜ ਨਹੀਂ ਹੈ ਜੀ। ਸਾਨੂੰ ਲੜਾਈ ਤਾਂ ਲੜਨੀ ਪੈਗੀ ਦਿਮਾਗ ਨਾਲ, ਔਰ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਅੱਗੇ ਠੰਡੀ ਲੜਾਈ ਲੜ ਕੇ ਜਿੱਤੇ ਆ, ਉਹ ਸਾਡੇ ਵਾਸਤੇ ਇੱਕ ਮੀਲ ਪੱਥਰ ਸਾਬਤ ਹੋ ਗਿਆ ਹੈ। ਸਾਡੇ ਯੂਥ ਨੂੰ ਵੀ ਪਤਾ ਲੱਗ ਗਿਆ ਹੈ ਕਿ ਲੜਾਈ ਜਿੱਤਣ ਦਾ ਤਰੀਕਾ, ਸਹੀ ਤਰੀਕਾ ਆਹੀ ਹੈ, ਔਰ ਉਹ ਬੱਚੇ ਸਮਝ ਵੀ ਰਹੇ ਹਨ। ਅੱਜ ਤੁਸੀਂ ਦੇਖਿਆ ਹੋਵੇਗਾ ਕਿ ਇੱਥੋਂ ਵਾਲਾ ਜਿਹੜਾ ਪ੍ਰੋਗਰਾਮ ਸੀ ਆਪਣਾ ਮੋਹਾਲੀ ਵਾਲਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੂਹਰੇ ਜੀ ਜੀ, ਉੱਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਯੂਥ ਸੀਗਾ। ਤੇ ਡੱਲੇਵਾਲ ਸਾਹਿਬ, ਇਹ ਵੀ ਹੋ ਸਕਦਾ ਕਿ ਇਹੀ ਜਿਹੜਾ ਮੋਰਚਾ ਹੈ ਉਹਦੇ ਵਿੱਚ 2-3 ਮੰਗਾਂ ਇਕੱਠੀਆਂ ਹੋ ਜਾਣ। ਇੱਥੇ ਤਾਂ ਕਿਤਾਬਾਂ ਦਾ ਜਿਹੜਾ ਸਿਲੇਬਸ ਦਾ ਮਸਲਾ ਚੱਲ ਰਿਹਾ ਹੈ, ਸਿੱਖ ਇਤਿਹਾਸ ਦੇ ਵਿੱਚ ਵਿਵਾਦਿਤ ਜਿਹੜਾ ਲਿਖਿਆ ਗਿਆ ਹੈਗਾ, ਤੇ ਦੂਸਰੀ ਜਿਹੜੀ ਹੁਣੇ ਤੁਸੀਂ ਪਾਣੀਆਂ ਦੀ ਗੱਲ ਕੀਤੀ ਹੈ, ਆਉਂਦੇ ਦਿਨਾਂ 'ਚ ਪ੍ਰੋਗਰਾਮ ਦਿੱਤਾ, ਇਹ ਵੀ ਹੋ ਸਕਦਾ ਵੀ ਇੱਥੇ ਹੀ ਸਾਰਾ ਇਕੱਠ ਹੋ ਜਾਵੇ। ਨਹੀਂ, ਇੱਥੇ ਤੇ ਜਿਹੜਾ ਆਫਿਸ ਹੈ ਨਾ, ਹਾਂਜੀ, ਜਿਸ ਆਫਿਸ ਦੇ ਮੂਹਰੇ ਬੈਠੇ ਆ, ਉਸ ਆਫਿਸ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ ਬਣਦਾ ਜੀ। ਤੋ ਜੇਕਰ ਇਹਨੂੰ ਬਦਲਣਾ, ਇਹਨੂੰ ਮੋਰਚੇ ਨੂੰ ਉਧਰ ਨੂੰ ਮੋਲਡ ਕਰਨਾ ਹੋਏਗਾ ਤੇ ਫਿਰ ਇਹ ਵੀ ਬਣੇਗਾ ਕਿ ਇੱਥੋਂ ਇਸ ਜਗ੍ਹਾ ਨੂੰ ਬਦਲ ਕੇ ਅਸੀਂ ਮੋਰਚਾ ਵਿਧਾਨ ਸਭਾ ਵੱਲ ਲੈ ਕੇ ਜਾਈਏ ਜਾਂ ਮੋਰਚਾ ਗਵਰਨਰ ਵੱਲ ਨੂੰ ਲੈ ਕੇ ਜਾਈਏ। ਯਾਨੀ ਕਿ ਹੁਣ ਨਵੀਂ ਜਿਹੜੀ ਪੰਜਾਬ ਸਰਕਾਰ ਆ ਉਹਨੂੰ ਵਕਤ ਪੈਣ ਵਾਲਾ ਹੈ। ਇਹ ਪਏਗਾ ਜੀ, ਸੁਭਾਵਿਕ ਗੱਲ ਹੈ। ਪਰ ਜਿਹੜਾ BBMP ਦਾ ਫੈਸਲਾ ਉਹ ਤਾਂ ਸੈਂਟਰ ਨੇ ਕੀਤਾ ਨਾ। ਮੈਂ ਇੱਕ ਇਹ ਵੀ ਤਾਂ ਗੱਲ ਕਹੀ ਹੈ ਨਾ ਵੀ ਹੋ ਸਕਦਾ ਗਵਰਨਰ ਦੇ ਬਾਰੇ 'ਚ ਜਾ ਕੇ ਬੈਠਣਾ ਪਵੇ। ਠੀਕ ਹੈ, ਗਵਰਨਰ ਤਾਂ ਉਹਨਾਂ ਦਾ ਹਿੱਸਾ ਹੈ ਨਾ। ਬਿਲਕੁਲ ਬਿਲਕੁਲ। ਸੋ ਡੱਲੇਵਾਲ ਸਾਹਿਬ, ਆਖਰੀ ਸਵਾਲ ਜਿਵੇਂ ਪੁੱਛਾਂ, ਜਿਵੇਂ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਪੀੜਿਤ ਕਿਸਾਨ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ, ਜਾਂ ਫਿਰ ਜਿਹੜੀ ਹੈਗੀ ਹੈ MSP ਦਾ ਮਸਲਾ ਉਹ ਹਾਲੇ ਲਟਕ ਰਿਹਾ ਹੈ, ਪੰਜਾਬ ਦੇ ਨੌਜਵਾਨ ਖਾਸ ਕਰਕੇ ਪੰਜਾਬ ਦੇ ਜਿਹੜੇ ਨਿਰਾਸ਼ ਹੋਏ ਨੇ ਥੋੜਾ ਜਿਹਾ ਕਿਸਾਨਾਂ ਦੇ ਵੱਲੋਂ ਸਿਆਸੀ ਪਾਰਟੀ ਬਣਾਏ ਜਾਣ ਨੂੰ ਲੈ ਕੇ, ਕਿਤੇ ਨਾ ਕਿਤੇ ਪ੍ਰੋਗਰਾਮ ਦੀ ਉਡੀਕ ਉਹ ਕਰਦੇ ਨੇ। ਉਹ ਕਹਿੰਦੇ ਨੇ ਕਿ ਅੱਜ ਵੀ ਜੇ ਸਰਕਾਰ ਨਹੀਂ ਮੰਗਾਂ ਪੂਰੀਆਂ ਕਰਦੀ ਤਾਂ ਅਸੀਂ ਅੱਜ ਵੀ ਜਾਣ ਨੂੰ ਤਿਆਰ ਹੈਗੇ ਆ। ਤਾਂ ਕਦੋਂ ਤੁਸੀਂ ਅੱਗੇ ਕੋਈ ਮੀਟਿੰਗ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ, ਕਦੋਂ ਕੋਈ ਐਕਸ਼ਨ ਪਲਾਨ ਕੀਤਾ ਜਾ ਰਿਹਾ? ਦੇਖੋ, ਜਿਹੜੀ MSP ਹੈ ਨਾ, ਹਾਂਜੀ, MSP ਇੱਕ ਬਹੁਤ, ਪਹਿਲੇ ਤਾਂ MSP ਨੂੰ ਸਮਝਣਾ ਪਏਗਾ ਵੀ MSP ਮਿਲ ਕਿਉਂ ਨਹੀਂ ਰਹੀ, ਇਹ ਬੜੀ ਜ਼ਰੂਰੀ ਗੱਲ ਹੈ ਜੀ ਜੀ। MSP ਨਾ ਮਿਲਣ ਦਾ ਵੱਡਾ ਕਾਰਨ ਕੀ ਹੈ ਕਿ ਅਮਰੀਕਾ ਨੇ ਭਾਰਤ ਦੇ ਖਿਲਾਫ WTO ਦੇ ਵਿੱਚ ਇੱਕ ਕੇਸ ਪਾ ਰੱਖਿਆ ਹੈ ਕਿ ਇੰਡੀਆ ਆਪਦੇ ਫਾਰਮਰ ਨੂੰ MSP ਦੇਣੀ ਬੰਦ ਨਹੀਂ ਕਰ ਰਿਹਾ, ਬੰਦ ਕਰਵਾਓ। ਹੁਣ ਉੱਥੇ ਫਸੀ ਹੋਈ ਆ ਗੱਲ ਜੀ, ਔਰ ਉਸੇ WTO ਦੇ ਤਹਿਤ ਆਇਆ ਹੋਇਆ ਇੱਕ ਸਮਝੌਤਾ ਜਿਹਨੂੰ GATT ਕਿਹਾ ਜਾਂਦਾ, GATT ਜੀ,
ਉਹ ਜਿਹੜਾ 1994 ਚ ਸਮਝੌਤਾ ਹੋਇਆ ਹੈ, ਉਸ ਸਮਝੌਤੇ 'ਚ ਲਿਖਿਆ ਕਿ ਭਾਰਤ MSP ਦੇਣੀ ਬੰਦ ਕਰੇਗਾ। ਔਰ ਉਸ ਸਮਝੌਤੇ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਅਗਰ ਗੈਟ ਦੇ ਕਿਸੇ ਨਿਯਮ ਦਾ ਭਾਰਤ ਦੇ ਸੰਵਿਧਾਨ ਦਾ ਕੋਈ ਕਾਨੂੰਨ ਉਲੰਘਣਾ ਕਰਦਾ, ਵਿਰੋਧੀ ਹੈ, ਤੇ ਭਾਰਤ ਨੂੰ ਆਪਦੇ ਕਨਸਟੀਟਿਊਸ਼ਨ ਦਾ ਜਿਹੜਾ ਕਾਨੂੰਨ ਉਹ ਬਦਲਣਾ ਪਏਗਾ। ਠੀਕ ਹੈ, ਗੈਟ ਦਾ ਨਿਯਮ ਨਹੀਂ ਬਦਲਿਆ ਜਾਏਗਾ। ਸੋ ਅਸੀਂ ਭਾਰਤ ਇੱਕ ਬੜੇ ਕਸੂਤੀ ਸਥਿਤੀ ਦੇ ਵਿੱਚ ਵੀ ਫਸਿਆ ਹੋਇਆ ਹੈ। ਸਾਡੀ ਲੜਾਈ ਹੈ ਜਿਹੜੀ ਉੱਥੇ ਹੈ, ਸਾਡੀ ਲੜਾਈ ਗੈਟ ਤੇ ਹੈ ਜੀ। ਤੇ ਉਸ ਕਰਕੇ ਉਹਦੀ ਪੂਰੇ ਦੇਸ਼ ਨੂੰ, ਕੱਲਾ ਹੁਣ ਮਤਲਬ ਪੰਜਾਬ ਦੇ ਨੌਜਵਾਨਾਂ ਨਾਲ ਨਹੀਂ ਲੜਿਆ ਜਾਣਾ, ਕੱਲੇ ਹਰਿਆਣੇ ਨਾਲ ਨਹੀਂ, ਪੂਰੇ ਦੇਸ਼ ਦੇ ਯੂਥ ਨੂੰ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਮੋਰਚੇ ਵੱਲ ਨੂੰ ਮਤਲਬ ਵਧਣਾ ਪਏਗਾ। ਯਾਨੀ ਕਿ ਲੜਾਈ ਮੁੜ ਤੋਂ ਤੁਹਾਡੀ ਸ਼ੁਰੂ ਹੋ ਸਕਦੀ, ਮੁੜ ਤੋਂ ਸ਼ੁਰੂ ਨਹੀਂ ਹੋ ਸਕਦੀ, ਨਹੀਂ ਹੋਏਗੀ। ਹੋ ਸਕਣ ਵਾਲੀ ਗੱਲ ਤਾਂ ਨਾ ਜੀ ਵੀ 1% ਚਾਂਸ ਹੋਵੇ ਵੀ ਨਹੀਂ ਜੀ, ਮੋਰਚੇ ਨੂੰ ਤਾਂ ਦੁਬਾਰਾ ਚਲਾਉਣਾ ਪੈਣਾ ਹੈ। ਠੀਕ ਹੈ, ਕਿਉਂਕਿ MSP ਜਿੰਨਾ ਚਿਰ ਭਾਰਤ ਗੈਟ ਚੋਂ ਬਾਹਰ ਨਹੀਂ ਆਉਂਦਾ, ਜਿੰਨਾ ਚਿਰ ਉਹ WTO ਦੇ ਸਮਝੌਤੇ ਚੋਂ ਭਾਰਤ ਬਾਹਰ ਨਹੀਂ ਆਉਂਦਾ, ਉਹਨਾਂ ਚਿਰ ਕਿਸਾਨਾਂ ਨੂੰ MSP ਮਿਲਣੀ ਜਾਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣੀ ਬਿਲਕੁਲ ਪੋਸੀਬਲ ਨਹੀਂ। ਔਰ ਉਹਨੂੰ ਪੋਸੀਬਲ ਕਰਾਉਣ ਵਾਸਤੇ ਸਾਨੂੰ ਵੱਡੀ ਲੜਾਈ ਲੜਨੀ ਪਏਗੀ। ਔਰ ਉਹਦੇ ਲਈ ਸਾਨੂੰ ਪੂਰੇ ਦੇਸ਼ ਦੇ ਵਿੱਚ ਘੁੰਮਣਾ ਪਏਗਾ ਤੇ ਪੂਰੇ ਦੇਸ਼ ਨੂੰ ਨਾਲ ਲੈਣਾ ਹੈ। ਔਰ ਉਹਦੇ ਲਈ ਸਾਨੂੰ ਸਮਾਂ ਲੱਗ ਸਕਦਾ ਹੈ, ਲੇਕਿਨ 24 ਦੀਆਂ ਚੋਣਾਂ ਤੋਂ ਪਹਿਲਾਂ ਅਸੀਂ ਸਿਰੇ ਲਾ ਦਿਆਂਗੇ। ਠੀਕ ਹੈ। ਤੇ ਡੱਲੇਵਾਲ ਸਾਹਿਬ ਇੱਕ ਹੋਰ ਆਖਰੀ ਸਵਾਲ ਮੈਂ ਪੁੱਛਾਂ, ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬਣਾਈ ਹੈ ਸਿਆਸੀ ਪਾਰਟੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਹਲੇ ਵੀ ਐਗਜ਼ਿਸਟ ਕਰਦੀਆਂ ਨੇ? ਪਿਛਲੇ ਦਿਨ ਇੱਕ ਤਸਵੀਰ ਸਾਹਮਣੇ ਆਈ ਹੈ, ਰਾਜੇਵਾਲ ਵੀ ਨਾਲ ਸੀਗੇ। ਨਹੀਂ, ਮੇਰਾ ਖਿਆਲ ਹੈ ਉਹ ਕਿਤੇ ਐਗਜ਼ਿਸਟ ਨਹੀਂ ਕਰਦੀਆਂ ਉਹਦੇ ਵਿੱਚ। ਠੀਕ ਹੈ, ਉਹਦੇ ਵਿੱਚ ਤਾਂ 15 ਤਰੀਕ ਨੂੰ ਫੈਸਲਾ ਹੋ ਗਿਆ ਸੀਗਾ ਕਿ ਇਹ ਜਿਹੜੀਆਂ ਰਾਜਨੀਤੀ ਦੇ ਵਿੱਚ ਚਲੀਆਂ ਗਈਆਂ ਜਥੇਬੰਦੀਆਂ, ਉਹ ਜਥੇਬੰਦੀਆਂ ਨੇ ਵੀ ਅੱਜ ਪੋਲੀਟੀਕਲ ਧਿਰ ਬਣ ਗਈ, ਪੋਲੀਟੀਕਲ ਪਾਰਟੀ ਬਣ ਗਈ। ਠੀਕ ਹੈ। ਤੇ ਸਾਡਾ ਜਿਹੜਾ ਸੰਵਿਧਾਨ ਸੀ, ਸਾਡਾ ਜਿਹੜਾ ਨਿਯਮ ਸੀ, ਉਹਦੇ ਬਿਲਕੁਲ ਉਲਟ ਚਲੀਆਂ ਗਈਆਂ। ਇਸ ਕਰਕੇ ਉਹਨਾਂ ਨੂੰ ਮਤਲਬ ਉਸ ਦਿਨ ਹੀ ਲਾਂਭੇ ਕਰਤਾ ਸੀਗਾ 15 ਜਨਵਰੀ ਨੂੰ ਜੀ। ਤੋ ਹਜੇ ਹੁਣ ਦੇਖਾਂਗੇ ਅੱਗੇ ਜਾ ਕੇ ਅਪ੍ਰੈਲ ਦੇ ਵਿੱਚ ਕੀ ਫੈਸਲਾ ਹੁੰਦਾ ਹੈ। ਅਪ੍ਰੈਲ ਦੇ ਵਿੱਚ ਤੇ ਦੁਬਾਰਾ ਮੀਟਿੰਗ ਹੋਏਗੀ, ਸਾਰਾ SKM ਬੈਠੇਗਾ, ਇਹ ਸਾਰੇ ਇਸ਼ੂ ਦੇ ਉੱਤੇ ਵਿਚਾਰ ਚਰਚਾ ਹੋਏਗੀ। ਤੇ ਮੀਟਿੰਗ ਹੈ ਜਿਹੜੀ ਹੁਣ SKM ਦੀ ਉੱਥੇ ਹੁੰਦੀ ਹੈ ਵਾਈਟ ਹਾਊਸ ਦੇ ਵਿੱਚ ਜਾਂ ਹੋਰ ਕਿਤੇ ਵੀ? ਨਹੀਂ, ਮੀਟਿੰਗ ਜੇ ਅੱਗੇ ਵਾਈਟ ਹਾਊਸ ਨਹੀਂ, ਆਪਣੀ ਕਜਾਰੀਆ ਟਾਈਲਸ ਦੇ ਵਿੱਚ ਹੁੰਦੀ ਸੀ। ਹਾਂਜੀ, ਉਹਨੂੰ ਵਾਈਟ ਹਾਊਸ ਕਹਿ ਦਿੰਦੇ ਸੀ ਕਿਸਾਨਾਂ ਨੂੰ, ਉਹ ਵਾਈਟ ਹਾਊਸ ਬਣ ਗਿਆ। ਚਲੋ, ਮੇਰਾ ਮਤਲਬ ਉਹ ਜਿਹੜੀ ਮੀਟਿੰਗ ਹੈ ਉਹ ਦੇਖਦੇ ਹੁੰਦੇ ਆ ਕਿ 2 ਮੀਟਿੰਗਾਂ ਤਾਂ ਸਾਡੀਆਂ ਮਤਲਬ ਕਜਾਰੀਆ 'ਚ ਹੀ ਹੋ ਗਈਆਂ। ਹੁਣ ਅਗਲੀ ਮੀਟਿੰਗ ਕਿਸੇ ਨਾ ਕਿਸੇ ਸਟੇਟ 'ਚ ਕਰਦੇ ਆ, ਕਿੱਥੇ ਕਰਦੇ ਆ ਸ਼ਾਇਦ, ਮਤਲਬ ਕਿਉਂਕਿ ਅਸੀਂ ਅੰਦੋਲਨ ਨੂੰ ਪੂਰੇ ਦੇਸ਼ 'ਚ ਲੈ ਕੇ ਜਾਣਾ ਹੈ। ਮੋਰਚੇ ਨੂੰ ਤੁਸੀਂ ਯਾਦ ਕਰਦੇ ਹੋ? ਲੋਕ ਬੜੇ ਯਾਦ ਕਰਦੇ ਨੇ ਜਦੋਂ ਉਸ ਰਾਹ ਤੋਂ ਲੰਘਦੇ ਨੇ ਤੇ ਉਸ ਇਕੱਠ ਨੂੰ ਯਾਦ ਕਰਦੇ ਨੇ ਵੀ ਇੱਥੇ ਸਾਡਾ ਤੰਬੂ ਹੁੰਦਾ ਸੀ। ਹਾਂ, ਇਹ ਗੱਲ ਸੁਭਾਵਿਕ ਹੈ। ਮੈਂ 2-3 ਵਾਰੀ ਲੰਘਿਆ, ਮੇਰੇ ਨਾਲ ਮੁੰਡੇ ਹੁੰਦੇ ਆ ਜਿਹੜੇ ਸਾਡੇ ਸਾਥੀ, ਉਹ ਗੱਲ ਕਰਦੇ ਜਿਹੜਾ ਸਾਡਾ ਤੰਬੂ ਸੀ ਨਾ, ਸਾਡੇ ਤੰਬੂ ਦੇ ਬਿਲਕੁਲ ਨਾਲ ਇੱਕ ਕਿੱਕਰ ਲੱਗੀ ਸੀ। ਅੱਛਾ। ਜਦੋਂ ਉੱਥੇ ਆਉਂਦੇ ਆ ਨਾ, ਉਹਨੂੰ ਇਹ ਕਹਿੰਦੇ ਆ ਆਪਣੀ ਕਿੱਕਰ ਹੈ। ਉਹ ਹਜੇ ਵੀ ਲੋਕਾਂ ਨੂੰ ਇਹ ਤੇ ਮਾਣ ਹੈ ਵੀ ਇਹ ਸਾਡੀ ਕਿੱਕਰ ਹੈ, ਆ ਪ੍ਰਧਾਨ ਜੀ ਆਪਣੀ ਕਿੱਕਰ ਆ ਗਈ। ਜੀ। ਸੋ ਉਹ ਚੀਜ਼ ਨਾਲ ਜਿਹੜਾ ਆਪਣਾਪਣ ਬਣਿਆ ਹੈ। ਜੀ, ਬਿਲਕੁਲ। ਸੋ ਡੱਲੇਵਾਲ ਸਾਹਿਬ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਬਹੁਤ ਧੰਨਵਾਦ। ਸੋ ਮੋਰਚਾ ਮੁੜ ਤੋਂ ਸ਼ੁਰੂ ਹੋਏਗਾ, ਇਹਦੇ ਵਿੱਚ ਕੋਈ ਦੋ ਰਾਏ ਹੈ ਨਹੀਂ ਕਿ ਸ਼ੁਰੂ ਹੋ ਸਕਦਾ ਹੈ। ਡੱਲੇਵਾਲ ਸਾਹਿਬ ਨੇ ਕਿਹਾ ਕਿ ਮੋਰਚਾ ਮੁੜ ਤੋਂ ਸ਼ੁਰੂ ਹੋਏਗਾ ਕਿਉਂਕਿ ਲੜਾਈ ਹੈ ਜਿਹੜੀ ਸਿਰਫ ਭਾਰਤ ਸਰਕਾਰ ਦੇ ਨਾਲ ਨਹੀਂ ਹੈ। WTO ਗੈਟ ਉਹ ਜਿਹੜੀ ਵੱਡੇ ਪੱਧਰ ਦੀ ਜੰਗ ਹੈਗੀ ਹੈ ਤੇ ਪੂਰੇ ਦੇਸ਼ ਨੂੰ ਨਾਲ ਲੈ ਕੇ ਲੜਨੀ ਪੈਣੀ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ TV ਲਈ ਖਾਸ ਰਿਪੋਰਟ।